ਤੈਨੇ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਭਾਈ ਅਵਤਾਰ ਸਿੰਘ ਜੀ ਨੇ ਸਾਨੂੰ ਅੱਜ 1574 ਤੋਂ ਲੈ ਕੇ 1606 ਦੇ ਗੁਰੂ ਸਾਹਿਬਾਨ ਦੇ ਸਮੇਂ ਦਾ ਉਹਨਾਂ ਨੇ ਸਾਨੂੰ ਪੂਰਾ ਵਿਸਥਾਰ ਦੇ ਵਿੱਚ ਤਾਂ ਨਹੀਂ ਕਹਿ ਸ਼ਾਰਟ ਦੇ ਵਿੱਚ ਟੂ ਦਾ ਪੁਆਇੰਟ ਦੱਸਿਆ। ਅਤੇ ਉਸ ਵਿਸ਼ੇ 'ਤੇ ਗੱਲ ਕਰਨ ਲਈ ਅੱਜ ਅਸੀਂ ਹਾਂ ਗੁਰਦੁਆਰਾ ਖਾਲਸਾ ਜਥਾ ਸ਼ੈਫਰਡ-ਬੁਸ਼ ਵਿਖੇ। ਅਤੇ ਆਓ ਹੁਣ ਆਪਾਂ ਇੱਥੇ ਬੈਠੀਆਂ ਸੰਗਤਾਂ ਦੇ ਰੂਪ ਵਿੱਚ ਬੈਠੇ ਹੋਏ ਜਿਹੜੇ ਸੱਜਣ ਆ ਉਹਨਾਂ ਤੋਂ ਇਸ ਬਾਰੇ ਵਿਚਾਰ ਲੈਂਦੇ ਹਾਂ। ਭਾਈ ਸਾਹਿਬ ਜੀ ਨੇ ਪੁੱਛਿਆ ਕਿ ਕਿਹਨਾਂ ਕਾਰਨਾਂ ਕਰਕੇ ਇੱਕ ਦੂਜੇ ਦਾ ਸਤਿਕਾਰ ਅਸੀਂ ਘੱਟ ਕਰ ਰਹੇ ਹਾਂ। ਧਰਮ ਦੇ ਨਾਂ 'ਤੇ ਕਾਫੀ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਅਤੇ ਮੈਂ ਸਭ ਤੋਂ ਪਹਿਲਾਂ ਆਪਣੇ ਵੱਡੇ ਭਾਈ ਸਾਹਿਬ ਜੀ ਨਾਲ ਇਸ ਦੇ ਬਾਰੇ ਗੱਲ ਕਰਾਂਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਇਹਦੇ ਬਾਰੇ ਕੀ ਕਹੋ? ਦਾਸ ਇਹ ਸਮਝਦਾ ਹੈ, ਬੜੀ ਵਾਰੀ ਕਹਿਣ ਦਾ ਮੌਕਾ ਵੀ ਮਿਲਦਾ ਹੈ ਕਿ ਸਾਨੂੰ ਕਲਗੀਧਰ ਪਿਤਾ ਨੇ ਸਰਦਾਰੀਆਂ ਬਖਸ਼ੀਆਂ। ਅਸੀਂ ਉਸ ਸਰਦਾਰੀ ਨੂੰ ਲੈ ਕੇ ਸਾਰੇ ਆਪਣੇ ਆਪ ਨੂੰ ਸਰਦਾਰ ਮੰਨਣ ਲੱਗ ਪਏ ਹਾਂ ਅਤੇ ਕਿਸੇ ਹੋਰ ਨੂੰ ਸਰਦਾਰ ਮੰਨਣ ਨੂੰ ਤਿਆਰ ਨਹੀਂ। ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਵੱਡਾ ਕਹਿੰਦਾ ਹੈ, ਹੋਰਾਂ ਸਾਰਿਆਂ ਨੂੰ ਨੀਵਾਂ ਸਮਝੇ, ਉੱਥੇ ਨਿਮਰਤਾ ਦੇ ਆਉਣ ਦਾ ਮਤਲਬ ਹੀ ਨਹੀਂ। ਇਸ ਕਰਕੇ ਸਾਡੇ 'ਚ ਨਿਮਰਤਾ ਘਟਦੀ ਜਾ ਰਹੀ ਹੈ, ਜਿਹੜੀ ਬੜੀ ਅਨਫੋਰਚੂਨੇਟ ਚੀਜ਼ ਹੈ। ਜਦੋਂ ਗੁਰੂ ਸਾਹਿਬ ਨੇ ਮਹਾਰਾਜ ਗੁਰੂ ਰਾਮਦਾਸ ਜੀ ਦੀ ਅਸੀਂ ਹਿਸਟਰੀ ਅੱਜ ਸੁਣੀ ਹੈ, ਦੇਖੋ ਗੁਰੂ ਰਾਮਦਾਸ ਜੀ ਦੀ ਹਿਸਟਰੀ ਇਤਨੀ ਨਿਮਰਤਾ ਭਰੀ ਹੈ। ਜਿਤਨੇ ਸ਼ਬਦ ਉਹਨਾਂ ਦੇ ਪੜ੍ਹੋ ਉਹ ਨਿਮਰਤਾ ਭਰਪੂਰ ਹਨ। ਉਹਨਾਂ ਨੇ ਇਸ ਤਰੀਕੇ ਨਾਲ ਫਰਮਾਨ ਕੀਤਾ ਗੁਰਬਾਣੀ ਵਿੱਚ, ਹਮ ਰੁਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰੂ ਸਤਿਗੁਰੂ ਸਮ ਕੀੜੇ ਹਮ ਥਾਪੇ। ਉਹ ਆਪਣੇ ਨੂੰ ਕੀੜੇ ਸਮਾਨ ਸਮਝਦੇ ਹਨ। ਅਸੀਂ ਉਹਨਾਂ ਦੀ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ, ਪੜ੍ਹ ਜਾਂਦੇ ਹਾਂ ਉੱਤਰੋਂ ਉੱਤੋਂ ਹੀ, ਪਰੰਤੂ ਉਸ 'ਤੇ ਅਮਲ ਨਹੀਂ ਕਰਦੇ, ਉਸਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਵਾਹਿਗੁਰੂ ਕਰੇ ਕਿ ਸਾਡੇ ਵਿੱਚ ਗੁਰਬਾਣੀ ਸਮਝਣ ਦੀ ਕੋਈ ਨਾ ਕੋਈ ਸਮਰੱਥਾ ਆਏ। ਅਸੀਂ ਆਪਣੇ ਵਿੱਚ ਆਪਣੇ ਨੂੰ ਨੀਵਾਂ ਜਾਣੀਏ, ਕਿਉਂਕਿ ਗੁਰਬਾਣੀ 'ਚ ਆਮ ਅਸੀਂ ਕਹਿੰਦੇ ਹਾਂ ਅਸੀਂ ਸਭ ਤੋਂ ਨੀਚੇ ਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਕਹਿ ਜਾਂਦੇ ਹਾਂ, ਪਰ ਇਹ ਸਾਨੂੰ ਕਰਨ ਦੀ ਜਾਚ ਵਾਹਿਗੁਰੂ ਆਪ ਹੀ ਬਖਸ਼ੇ, ਤਾਂ ਹੀ ਸਾਡਾ ਉਧਾਰਾ ਹੋ ਸਕਦਾ ਹੈ। ਬਸ ਇਹੀ ਖਿਆਲ ਹੈ। ਅਤੇ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਨੂੰ ਮਤਲਬ ਓਵਰਕਮ ਕਿਸ ਤਰ੍ਹਾਂ ਕੀਤਾ ਜਾ ਸਕਦਾ? ਇਸ ਚੀਜ਼ ਨੂੰ, ਇਸ ਪ੍ਰੋਬਲਮ ਨੂੰ ਸੌਰਟ ਆਊਟ ਕਿੱਦਾਂ ਕੀਤਾ ਜਾ ਸਕਦਾ ਹੈ? ਮੋਸਟਲੀ ਮੈਜੋਰਟੀ ਆਫ ਸਿੱਖਾਂ ਦੀ ਇਹੀ ਪ੍ਰੋਬਲਮ ਹੈ ਕਿ ਉਹ ਦੂਸਰੇ ਸਿੱਖ ਨੂੰ ਦੇਖ ਕੇ ਹੀ ਸੜਦਾ ਹੈ। ਇਹਦੇ ਬਾਰੇ ਤੁਸੀਂ ਮਤਲਬ ਕਿਸ ਤਰ੍ਹਾਂ ਆਪਾਂ ਇਸ ਚੀਜ਼ ਤੋਂ ਓਵਰਕਮ ਕਰ ਸਕਦੇ ਹਾਂ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਦਾਸ ਦਾ ਵਿਚਾਰ ਹੈ ਕਿ ਬਚਪਨ ਤੋਂ ਹੀ ਜੋ ਛੋਟੇ ਛੋਟੇ ਬੱਚੇ ਉਹਨਾਂ ਨੂੰ ਜੇਕਰ ਅਸੀਂ ਬਾਰ ਹਿਸਟਰੀ ਆਪਣੀ ਸੁਣਾਉਂਦੇ ਜਾਈਏ ਅਤੇ ਦੱਸੀਏ ਕਿ ਅਸੀਂ ਕਿਸ ਤਰ੍ਹਾਂ ਨਿਮਰਤਾ ਵਿੱਚ ਰਹਿਣਾ ਹੈ, ਨਿਮਰਤਾ ਦੇ ਨਾਲ ਹੀ ਸਾਨੂੰ ਸਭ ਤੋਂ ਉਚਾਈ ਮਿਲ ਸਕਦੀ ਹੈ। ਇਹੀ ਤਰੀਕਾ ਹੈ, ਕਿਉਂਕਿ ਜਿਸ ਤਰ੍ਹਾਂ ਆਪਨੇ ਦਾਸ ਨੇ ਪਹਿਲਾਂ ਦਰਸਾਇਆ ਕਿਹਾ ਕਿ ਅਸੀਂ ਆਪਣੇ ਆਪ ਨੂੰ ਸਰਦਾਰ ਸਮਝਦੇ ਹਾਂ, ਸਰਦਾਰ ਨੂੰ ਚੀਫ ਸਮਝਦੇ ਹਾਂ। ਜੇ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣ ਲੱਗ ਪਈਏ ਤਾਂ ਇਸ ਕਰਕੇ ਅਸੀਂ ਦੂਸਰਿਆਂ ਦਾ ਸਤਿਕਾਰ ਕਰਨਾ ਸਾਡੇ ਵਾਸਤੇ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ ਹੈ। ਵਾਹਿਗੁਰੂ ਕਰੇ ਕਿ ਕਲਗੀਧਰ ਪਿਤਾ ਦੀ, ਗੁਰੂ ਨਾਨਕ ਦੀ ਗੁਰਬਾਣੀ ਅਤੇ ਸਾਰੇ ਵਿਚਾਰ ਜਿਹੜੇ ਸਾਡੇ ਮਨ 'ਚ ਵਸ ਜਾਣ, ਤਾਂ ਕਿ ਅਸੀਂ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰਹਿ ਸਕੀਏ। ਧੰਨਵਾਦ ਭਾਈ ਸਾਹਿਬ ਜੀ। ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਜਿਹੜੀ ਬੰਦੇ ਦੇ ਵਿੱਚ ਮੈਂ ਹੈ, ਬੰਦਾ ਆਪਣੇ ਆਪ ਨੂੰ ਤਾਂ ਉੱਚਾ ਸਮਝਦਾ ਹੈ ਪਰ ਬਾਕੀ ਦੇ ਬੰਦਿਆਂ ਨੂੰ ਨੀਵਾਂ ਸਮਝਦਾ ਹੈ। ਚਲੋ ਆਪਾਂ ਇਸ ਸਵਾਲ ਦਾ ਜਵਾਬ ਪੁੱਛਦੇ ਭਾਈ ਜਸਪਾਲ ਸਿੰਘ ਜੀ ਕੋਲੋਂ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਕਹਾਂਗਾ ਕਿ ਆਹ ਜਿਹੜਾ ਗੁਰੂ ਘਰ ਹੈ ਆਪਣਾ, ਇਹ ਕਾਫੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ, ਅਤੇ ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਥੋੜ੍ਹਾ ਜਿਹਾ ਇਹਦਾ, ਕਿਉਂਕਿ ਲਾਈਵ ਚੱਲ ਰਿਹਾ, ਥੋੜ੍ਹਾ ਜਿਹਾ ਗੁਰਦੁਆਰੇ ਦਾ ਇਤਿਹਾਸ ਸ਼ਾਰਟਲੀ ਦੱਸ ਦਿਓ, ਅਤੇ ਉਸ ਤੋਂ ਬਾਅਦ ਤੁਸੀਂ ਦੱਸੋ ਕਿ ਕਿਹਨਾਂ ਕਾਰਨਾਂ ਕਰਕੇ ਅਸੀਂ ਇੱਕ ਦੂਜੇ ਦਾ ਸਤਿਕਾਰ ਘੱਟ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਜੀ ਸਾਧ ਸੰਗਤ ਜੀ, ਖਾਲਸਾ ਜੱਥਾ ਸੈਂਟਰਲ ਗੁਰਦੁਆਰਾ ਖਾਲਸਾ ਜੱਥਾ ਲੰਡਨ ਇਸਟੈਬਲਿਸ਼ ਹੋਇਆ 1908 'ਚ। ਇੰਡੀਆ ਤੋਂ ਆਏ ਸੀ ਸੰਤ ਤੇਜਾ ਸਿੰਘ ਜੀ, ਜਿਨ੍ਹਾਂ ਨੂੰ ਸੰਤ ਮਸਤਵਾਨਾ ਜੀ, ਸੰਤ ਈਸਰ ਸਿੰਘ ਮਸਤਵਾਨਾ ਜੀ ਵਾਲਿਆਂ ਨੇ ਅਮਰੀਕਾ ਜਾਂਦੇ ਹੋਏ ਲੰਡਨ 'ਚ ਰੁਕੇ, ਜਿਨ੍ਹਾਂ ਨੇ ਇੱਥੇ ਸਟੂਡੈਂਟਸ, ਕਿਉਂਕਿ ਉਹ ਵੀ ਸਟੂਡੈਂਟ ਸੀ, ਇੱਥੇ ਪਹਿਲੇ ਪੜ੍ਹਦੇ ਰਹੇ ਨੇ ਇੱਥੇ ਆ ਕੇ ਯੂਨੀਵਰਸਿਟੀ ਅੰਦਰ, ਅਤੇ ਉਹਨਾਂ ਦੇ ਸਟੂਡੈਂਟਸ ਦੇ ਕਹਿਣ 'ਤੇ ਇੱਥੇ ਇੱਕ ਇਸਟੈਬਲਿਸ਼ਮੈਂਟ ਰਜਿਸਟਰ ਕੀਤੀ, ਜਿਹਨੂੰ ਬ੍ਰਿਟਿਸ਼ ਸੈਂਟਰਲ ਖਾਲਸਾ ਜੱਥਾ ਬ੍ਰਿਟਿਸ਼ ਆਇਲਸ ਦੇ ਨਾਂ 'ਤੇ ਰਜਿਸਟਰ ਕੀਤਾ ਗਿਆ। ਅਤੇ ਬਿਲਡਿੰਗ ਇਹ ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ਤੋਂ ਅਬਾਊਟ 4 ਸਾਲ ਪਹਿਲੇ ਇਸਟੈਬਲਿਸ਼ ਕੀਤੀ ਗਈ ਸੀ, ਰਜਿਸਟਰ ਕੀਤੀ ਗਈ ਸੀ। ਅਤੇ ਗੁਰਦੁਆਰੇ ਦੀ ਬਿਲਡਿੰਗ ਜਿਹੜੀ 1911 'ਚ ਲਿੱਤੀ ਗਈ, ਉਹ ਲਿੱਤੀ ਗਈ ਸੀ ਆਪਣਾ ਮਹਾਰਾਜਾ ਭੁਪਿੰਦਰ ਸਿੰਘ ਦੀ ਹੈਲਪ ਦੇ ਨਾਲ। ਅਤੇ ਉਸ ਤੋਂ ਪਹਿਲੇ ਸਟੂਡੈਂਟਸ ਆਪਸ ਵਿੱਚ ਬੈਠ ਕੇ ਗੱਲਾਂ ਮਸ਼ਵਰਾ ਕਰਦੇ ਸੀ, ਸਿੱਖੀ ਦੇ ਬਾਰੇ ਗੱਲਾਂ ਹੁੰਦੀਆਂ ਸੀ। ਇੱਥੇ ਇੰਡੀਆ ਦੇ ਜੋ ਸਿੱਖ ਦੇ ਨਾਲ ਹੋ ਰਿਹਾ, ਇਸ ਕੰਟਰੀ ਜਿਹੜੇ ਸਟੂਡੈਂਟ ਸਾਡੇ ਆਏ ਹੋਏ ਸੀ, ਉਹਨਾਂ ਦੇ ਨਾਲ ਜੀ ਪ੍ਰੋਬਲਮ ਹੁੰਦੀਆਂ ਸੀ, ਡਿਸਕਸ ਕਰਦੇ ਸੀ। ਅਤੇ ਇੱਕ ਸਾਡੀ ਬੁੱਕ ਵਿੱਚ ਲਿਖਿਆ ਹੋਇਆ ਕਿ ਕੈਕਸਟਨ ਹਾਲ, ਜਿੱਥੇ ਸ਼ਹੀਦ ਊਧਮ ਸਿੰਘ ਜੀ ਨੇ ਆਪਣਾ ਬਦਲਾ ਲਿਆ ਸੀ, ਜਲਿਆਂਵਾਲਾ ਬਾਗ ਦਾ ਬਦਲਾ ਲਿਆ ਸੀ, ਉੱਥੇ ਹੀ ਮੀਟਿੰਗਾਂ ਹੁੰਦੀਆਂ ਰਹੀਆਂ ਸਟੂਡੈਂਟਸ ਦੀਆਂ। ਅਤੇ ਉਹਨਾਂ ਨੂੰ ਜਦ ਸਟੂਡੈਂਟਸ ਕਾਫੀ ਇਕੱਠੇ ਹੋ ਗਏ, ਅਤੇ ਮਹਾਰਾਜਾ ਭੁਪਿੰਦਰ ਸਿੰਘ ਜੀ ਦੀ ਮਦਦ ਦੇ ਨਾਲ ਫਿਰ ਜਦ ਬਿਲਡਿੰਗ ਇਸਟੈਬਲਿਸ਼ ਹੋਈ, ਅਤੇ ਉਹ 79 ਸਿੰਕਲੀਅਰ ਰੋਡ ਦੇ ਬਿਲਡਿੰਗ ਦਾ ਐਡਰੈਸ ਹੈਗਾ ਸੀ, ਜਿਹੜਾ 1911 ਵਿੱਚ ਇਸਟੈਬਲਿਸ਼ ਹੋਈ ਸੀ।
ਐਂਡ ਉੱਥੇ 1966 ਤੱਕ ਉਹ ਰਹੀ ਫਿਰ ਬਿਲਡਿੰਗ। ਫਿਰ ਉਨ ਦਿਨਾਂ ਦੇ ਅੰਦਰ ਫਿਰ ਕਿਉਂਕਿ ਸੰਗਤ ਤਾਂ ਤੱਕ ਬਹੁਤ ਵੱਧ ਚੁੱਕੀ ਸੀ ਅਤੇ ਉਹ ਬਿਲਡਿੰਗ ਛੋਟੀ ਪੈਂਦੀ ਸੀ, ਫਿਰ ਉਹਨਾਂ ਨੇ ਇਹ ਜਿੱਥੇ ਅਸੀਂ ਹੁਣ ਮੌਜੂਦ ਹੈਗੇ ਹਾਂ ਇਸ ਬਿਲਡਿੰਗ ਨੂੰ ਖਰੀਦਿਆ ਗਿਆ। ਬਟ ਅਨਫੋਰਚੂਨੇਟਲੀ ਉਸ ਟਾਈਮ ਕੀ ਕਾਰਨ ਸੀ ਸਾਨੂੰ ਨਹੀਂ ਪਤਾ, ਅਸੀਂ ਲੋਕ ਤਾਂ ਇਸ ਮੁਲਕ 'ਚ ਨਹੀਂ ਸੀ, ਅਤੇ ਉਹ ਬਿਲਡਿੰਗ ਵੇਚ ਦਿੱਤੀ ਗਈ। ਅਤੇ ਫਿਰ 1966 ਔਨਵਰਡਸ ਅਸੀਂ ਲੋਕ ਹੁਣ ਇਸ ਜਗ੍ਹਾ 'ਤੇ ਹੈਗੇ ਹਾਂ ਜਿਹੜਾ 62 ਕੁਈਨਜ਼ਡੇਲ ਰੋਡ ਦੇ ਨਾਂ 'ਤੇ ਫੇਮਸ ਹੈ, ਸੈਂਟਰਲ ਗੁਰਦੁਆਰਾ ਖਾਲਸਾ ਜੱਥਾ। ਅਬਾਊਟ ਅੱਜ ਦਾ ਜਿਹੜਾ ਟੌਪਿਕ ਚੱਲ ਰਿਹਾ ਹੈ ਭਾਈ ਸਾਹਿਬ ਜੀ, ਇਹਦੇ ਬਾਰੇ ਮੈਂ ਥੋੜ੍ਹਾ ਪਿਛੋਕੜ ਲੈ ਕੇ ਜਾਵਾਂਗਾ ਕਿ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਸੁਨੇਹਾ ਦਿੱਤਾ, ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਉਹਨਾਂ ਨੇ ਕਿਹਾ ਨਾ ਮੈਂ ਹਿੰਦੂ ਨਾ ਮੈਂ ਮੁਸਲਿਮ, ਅਤੇ ਉੱਤੇ ਦਰਗਾਹ 'ਤੇ ਉਹੀ ਪ੍ਰਵਾਨ ਹੈ ਜਿਹਦੀ ਨੀਅਤ ਸੱਚੀ ਹੈ। ਗੁਰੂ ਨਾਨਕ ਦੇਵ ਜੀ ਨੇ ਉਨ ਟਾਈਮ ਦੇ ਅੰਦਰ ਜਿਹੜੇ ਹਿੰਦੂਆਂ ਦੇ ਅੰਦਰ ਜਿਹੜਾ ਜਾਤ ਪਾਤ ਸੀ, ਉਪਦੇਸ਼ ਦਿੱਤਾ ਉਹਨਾਂ ਨੇ, 4 ਵਰਨਾਂ ਕੋ ਸਾਂਝਾ, 4 ਉਹਨਾਂ ਦੇ ਉੱਥੇ ਵਰਨ ਆਪਣੇ ਹੈਗੇ ਸੀ, ਸ਼ੂਦਰ, ਵੈਸ਼, ਛਤਰੀ ਅਤੇ ਬ੍ਰਾਹਮਣ। ਅਤੇ ਉਹੀ ਤੁਸੀਂ ਦੇਖੋ ਇੰਡੀਆ ਦੀ, ਹਿੰਦੁਸਤਾਨ ਦੀ ਅਗਰ ਹਿਸਟਰੀ, 900 ਸਾਲ ਹਿੰਦੁਸਤਾਨ ਗੁਲਾਮ ਰਿਹਾ ਹੈ। ਪਹਿਲੇ 700 ਸਾਲ ਦੇ ਕਰੀਬ ਰਫਲੀ ਉਹ ਇਸਲਾਮ ਦੇ ਅੰਦਰ ਗੁਲਾਮ ਰਿਹਾ, ਉਹਦੇ ਬਾਅਦ ਅੰਗਰੇਜ਼ਾਂ ਦੇ ਗੁਲਾਮ ਰਿਹਾ, ਔਰ ਉਹਨਾਂ ਦੀ ਗੁਲਾਮ ਦਾ ਜਿਹੜਾ ਰਾਜ ਕਰਨ ਦਾ ਕਾਰਨ ਸੀ ਸਾਡੇ ਅੰਦਰ ਏਕਤਾ ਨਹੀਂ ਸੀ। ਹਿੰਦੁਸਤਾਨ ਦੇ ਅੰਦਰ ਪਹਿਲੇ ਉਹ ਸ਼ੂਦਰ, ਵੈਸ਼ ਅਤੇ ਬ੍ਰਾਹਮਣ ਅਤੇ ਖੱਤਰੀ ਦੇ ਅੰਦਰ ਨਾਲ ਤੇ ਵੰਡੇ ਹੋਏ ਸੀ, ਅਤੇ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਦੇਖੀ ਕਿ ਨਹੀਂ ਸਾਨੂੰ ਇੱਕ ਕਰਨਾ ਹੈ ਸਭ ਨੂੰ, ਅਤੇ ਉਹ ਸੁਨੇਹਾ ਲੈ ਕੇ ਮਹਾਰਾਜ ਆਏ। ਉਹਨਾਂ ਨੇ ਦੋਨਾਂ ਨੂੰ ਇਹੀ ਸੁਨੇਹਾ ਦਿੱਤਾ ਕਿ ਅਸੀਂ ਸਿੱਖੀ ਇਸਟੈਬਲਿਸ਼ ਕੀਤੀ ਕਿ ਵੀ ਤੁਸੀਂ ਸਿੱਖੋ ਕਿ ਤੁਸੀਂ ਇਨ ਚੀਜ਼ਾਂ ਤੋਂ ਦੂਰ ਰਹੋ, ਆਪਣੇ ਅੰਦਰ ਡਿਵੀਜ਼ਨ ਖਤਮ ਕਰੋ, ਅਸੀਂ ਇੱਕ ਰੱਬ ਦੇ ਏਕ ਪਿਤਾ ਏਕਸ ਕੇ ਹਮ ਬਾਰਕ, ਇੱਕ ਬਣ ਕੇ ਰਹਿਣਾ ਹੈ। ਉਹ ਸੁਨੇਹਾ ਲੈ ਕੇ ਗੁਰੂ ਨਾਨਕ ਦੇਵ ਚੱਲੇ, ਅਤੇ ਉਹਨੂੰ ਅੱਗੇ ਸਾਡੇ ਗੁਰੂਆਂ ਨੇ ਪ੍ਰਵਾਨ ਕੀਤਾ। ਗੁਰੂ ਅਮਰਦਾਸ, ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਅਤੇ ਗੁਰੂ ਰਾਮਦਾਸ ਜੀ ਨੇ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਇਹ ਚੀਜ਼ ਸ਼ੋਅ ਕੀਤੀ, ਜੋ ਜਿਸ ਤਰ੍ਹਾਂ ਵੀ ਉਹਨਾਂ ਚੱਲੇ। ਅਤੇ ਗੁਰੂ ਅਰਜਨ ਦੇਵ ਜੀ ਨੇ ਜਿਹੜੀਆਂ ਬਾਣੀਆਂ ਇਕੱਠੀਆਂ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ, ਔਰ ਅੱਗੇ ਉਹਨਾਂ ਨੇ ਜਿਹੜੀ ਬਾਣੀਆਂ ਉਚਾਰੀਆਂ, ਸਾਰੀਆਂ ਦਾ ਇੱਕੋ ਸੁਨੇਹਾ ਸੀ ਕਿ ਅਸੀਂ ਇੱਕ ਪਿਤਾ ਕੇ ਬਾਰਕ ਹਾਂ, ਸਾਨੂੰ ਇੱਕ ਹੋ ਕੇ ਚੱਲਣਾ ਹੈ। ਓਵਰ ਦਾ ਈਅਰਸ ਅਸੀਂ ਉਸ ਚੀਜ਼ ਨੂੰ ਭੁੱਲ ਗਏ ਹਾਂ, ਅਸੀਂ ਉਹ ਸੁਨੇਹਾ ਹੀ ਟੋਟਲ ਭੁੱਲ ਗਏ ਹਾਂ ਕਿ ਅਸੀਂ ਸਾਰੇ ਇੱਕ ਹਾਂ। ਸਾਡੇ ਆਪਣੀ ਸਿੱਖਾਂ 'ਚ ਜਿਸ ਰੀਜ਼ਨ ਪਿੱਛੇ ਅਸੀਂ ਗੁਲਾਮ ਰਹੇ ਹਾਂ ਪਹਿਲੇ ਇੰਡੀਆ ਦੇ ਅੰਦਰ, ਹੁਣ ਅਸੀਂ ਆਪ ਸਿੱਖ ਆਪਣੇ ਗੁਰੂਆਂ ਦੀ ਗੱਲ ਮੰਨ ਕੇ ਤਿਆਰ ਨਹੀਂ। ਸਾਡੇ ਅੰਦਰ ਆਪਣੇ ਬੜੇ ਹੁਣ ਵਿਤਕਰੇ ਬਣ ਗਏ ਨੇ, ਬੜੇ ਡਿਵੀਜ਼ਨਸ ਹੋ ਗਈਆਂ ਨੇ, ਬੜੇ ਸਾਡੇ ਸੈਕਟਸ ਬਣ ਗਏ ਨੇ। ਸਾਰਿਆਂ ਦੇ ਆਪਣਾ ਆਪਣਾ ਸਿਸਟਮ ਹੈ। ਸਾਰੇ ਕਹਿੰਦੇ ਨੇ ਕਿ ਜੋ ਮੈਂ ਸਮਝ ਰਿਹਾ ਬਾਣੀ ਪੜ੍ਹ ਕੇ ਉਹ ਠੀਕ ਹੈ, ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਨਹੀਂ ਹੈ। ਸਭ ਇੰਟਰਪ੍ਰੀਟੇਸ਼ਨ ਬਾਣੀ ਦੀ ਆਪਣੀ ਕਰ ਰਹੇ ਨੇ। ਆਈ ਥਿੰਕ ਦੈਟ ਇਜ਼ ਅ ਰੀਜ਼ਨ ਕਿ ਸਾਡੇ ਅੰਦਰ ਹੁਣ ਡਿਵੀਜ਼ਨ ਹੋਰ ਵੱਧਦੀ ਜਾ ਰਹੀ ਹੈ। ਧੰਨਵਾਦ ਭਾਈ ਸਾਹਿਬ ਜੀ। ਜਸਪਾਲ ਸਿੰਘ ਜੀ ਨੇ ਦੱਸਿਆ ਕਿ ਆਪਣੀਆਂ ਜਿਹੜੀਆਂ ਸਿੱਖ ਪੰਥ ਦੇ ਵਿੱਚ ਵੰਡੀਆਂ ਵੱਧਦੀਆਂ ਜਾ ਰਹੀਆਂ ਨੇ, ਉਹਦੇ ਕਰਕੇ ਸਿੱਖ ਪੰਥ ਜਿਹੜਾ ਇੱਕ ਤਰ੍ਹਾਂ ਦਾ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਜਾ ਰਿਹਾ ਇੱਕ ਤਰ੍ਹਾਂ ਦਾ। ਅਤੇ ਹੁਣ ਮੈਂ ਆਪਣੇ ਕੋਲ ਬੈਠੇ ਨੌਜਵਾਨ ਵੀਰ ਨੂੰ ਪੁੱਛਾਂਗਾ ਕਿ ਤੁਸੀਂ ਕੀ ਸੋਚਦੇ ਹੋ ਕਿ ਕਿਹਨਾਂ ਕਾਰਨਾਂ ਕਰਕੇ ਇੱਕ ਦੂਜੇ ਦਾ ਸਤਿਕਾਰ ਘੱਟ ਕਰਦੇ ਹਾਂ? ਹਾਂਜੀ, ਖੜੇ ਹੋ ਕੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਕੋਈ ਵੀ ਵੈਲਿਊ ਜਦੋਂ ਇਨਕਲਕੇਟ ਕਰਨੀ ਹੁੰਦੀ ਹੈ, ਕੁਛ ਏਰੀਏਜ਼ ਹੁੰਦੇ ਆ ਕਿ ਜਿੱਥੋਂ ਉਹ ਵੈਲਿਊ ਨਿਕਲੇਗੀ, ਹੈ ਨਾ ਜੀ। ਅਤੇ ਸਭ ਤੋਂ ਪਹਿਲਾਂ ਸਕੂਲ ਜਿਹੜਾ ਬੱਚੇ ਦਾ ਹੁੰਦਾ ਉਹ ਹੁੰਦਾ ਆਪਣਾ ਘਰ, ਹੈ ਨਾ ਜੀ। ਅਤੇ ਦੂਸਰਾ ਸਕੂਲ ਅਸੀਂ ਉਹਦਾ ਜਿਹੜਾ ਪ੍ਰੋਫੈਸ਼ਨਲ ਸਕੂਲ ਜਿਹੜਾ ਅਸੀਂ ਉਹਨਾਂ ਦਾ ਮੰਨ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਇੱਕ ਜਦੋਂ ਅਸੀਂ ਪੌਦਾ ਲਗਾਈਦਾ ਹੈ, ਜੋ ਮਤਲਬ ਗੁਲਾਬ ਦਾ ਫੁੱਲ ਲਗਾਉਣਾ ਹੈ ਨਾ ਜੀ, ਅਤੇ ਉਸ ਦੀ ਕੇਅਰ ਕਰਨੀ ਪਏਗੀ, ਠੀਕ ਹੈ ਜੀ। ਅਤੇ ਜਦੋਂ ਤੱਕ ਉਹ ਜੜ੍ਹ ਨਹੀਂ ਪਕੜਦਾ ਉਦੋਂ ਤੱਕ ਉਹਦੀ ਦੇਖਭਾਲ ਕਰਨੀ ਪਏਗੀ। ਜਦੋਂ ਕੋਈ ਵੀ ਬੂਟਾ ਜਦੋਂ ਬਹੁਤ ਵੱਡਾ ਹੋ ਜਾਂਦਾ, ਜੜ੍ਹ ਪਕੜ ਜਾਂਦਾ, ਫਿਰ ਉਹ ਵੱਡੀਆਂ ਹਨੇਰੀਆਂ, ਤੂਫਾਨਾਂ, ਝੱਖੜਾਂ ਦਾ ਸਾਹਮਣਾ ਆਸਾਨੀ ਨਾਲ ਕਰ ਜਾਂਦਾ, ਹੈ ਨਾ। ਅਤੇ ਸਭ ਤੋਂ ਪਹਿਲੇ ਗੱਲ ਆਉਂਦੀ ਵੈਲਿਊ ਦੀ ਇਨਕਲਕੇਟ ਕਰਨ ਦੀ, ਹੈ ਨਾ ਜੀ। ਅਤੇ ਵੈਲਿਊ ਇਨਕਲਕੇਟ ਸਭ ਤੋਂ ਪਹਿਲਾਂ ਕਿੱਥੋਂ ਹੋਏਗੀ? ਪਰਿਵਾਰਾਂ ਤੋਂ। ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਕੁਛ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹਨ ਕਿ ਮਾਂ ਬਾਪ ਜਿਹੜੇ ਹੈ ਸਿੱਖ ਧਰਮ ਦੇ ਜਿਹੜੇ ਅਸੂਲ ਹੈ, ਰਹਿਤ ਮਰਿਆਦਾ ਹੈ, ਉਸ ਤੋਂ ਕਿਤੇ ਨਾ ਕਿਤੇ ਕੁਛ % ਥੱਲੇ ਆ ਅਤੇ ਬੱਚੇ ਉਹਨਾਂ ਨਾਲੋਂ ਅੱਗੇ ਹੈ, ਠੀਕ ਹੈ ਜੀ। ਉਹ ਬਾਹਰੋਂ ਜਿਹੜਾ ਵੈਲਿਊ ਬਾਹਰੋਂ ਲਈਆਂ, ਇਟ ਮੀਨਸ ਘਰ ਵਿੱਚ ਵੈਲਿਊਜ਼ ਨਹੀਂ ਆ ਪਰ ਉਹਨਾਂ ਨੇ ਬਾਹਰੋਂ ਲਈਆਂ। ਸੋ ਜੇ ਨਿਮਰਤਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਬੱਚੇ ਜਦੋਂ ਛੋਟੇ ਹੁੰਦੇ ਆ, ਛੋਟੇ ਹੁੰਦੇ ਤੋਂ ਉਹਨਾਂ ਨੂੰ ਸਾਖੀਆਂ ਸੁਣਾਈਆਂ ਜਾਣ, ਸਾਡੇ ਮਾਂ ਬਾਪਾਂ ਨੂੰ ਸਾਡੇ ਇਤਿਹਾਸ ਦਾ ਪਤਾ ਹੋਵੇ, ਠੀਕ ਹੈ ਜੀ। ਸਾਡੇ ਕੋਲ ਇਸ ਤਰ੍ਹਾਂ ਦੀਆਂ ਕਿਤਾਬਾਂ ਹੋਣ, ਬੁੱਕਸ ਹੋਣ, ਮੈਗਜ਼ੀਨ ਹੋਣ, ਠੀਕ ਹੈ ਜੀ, ਜਿਨ੍ਹਾਂ ਨਾਲ ਕਿ ਬੱਚਿਆਂ ਨੂੰ ਉਹਦੇ ਵਿੱਚ ਰੁਚੀ ਪਾਈ ਜਾਵੇ ਅਤੇ ਬੱਚੇ ਉਹਨਾਂ ਨੂੰ ਪੜ੍ਹਨ। ਮੈਂ ਖੁਦ, ਮੇਰਾ ਇਸ ਚੀਜ਼ ਦਾ ਐਕਸਪੀਰੀਅੰਸ ਹੈ ਕਿ ਮੈਂ ਕੁਛ ਕਿਤਾਬਾਂ ਬੱਚਿਆਂ ਨੂੰ ਦਿੱਤੀਆਂ ਸੀਗੀਆਂ ਅਤੇ ਉਹ ਪੜ੍ਹ ਕੇ ਬਹੁਤ ਹੈਰਾਨ ਹੋਏ। ਜਿੱਦਾਂ ਫੋਰ ਐਗਜ਼ਾਮਪਲ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ,
ਤੇ ਉਹਦੇ ਬਾਰੇ ਜਦੋਂ ਬੱਚੇ ਪੜ੍ਹਦੇ ਨੇ ਤੇ ਉਹ ਬੜੇ ਹੈਰਾਨ ਹੋਏ ਕਿ ਸੱਚ ਹੈ। ਤੇ ਉੱਥੇ ਇੱਕ ਬਹੁਤ ਵੱਡਾ ਸਵਾਲ ਮਤਲਬ ਪੈਦਾ ਹੋ ਜਾਂਦਾ ਕਿ ਅਸੀਂ ਆਪਣੇ ਜਿਹੜੇ ਪਰਿਵਾਰ ਹੈ ਉਹ ਫਰਜ਼ ਨਹੀਂ ਨਿਭਾ ਰਹੇ, ਹੈ ਨਾ ਜੀ। ਕੁਝ % ਤੱਕ ਮੈਂ ਸਮਝਦਾ ਸਭ ਤੋਂ ਪਹਿਲਾਂ ਵੈਲਿਊਜ਼ ਤੁਹਾਡੇ ਘਰ 'ਚੋਂ ਆਉਂਦੀਆਂ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਤੁਹਾਡੇ ਅੱਗੇ ਸਕੂਲ 'ਤੇ ਆਉਂਦੀਆਂ। ਅਤੇ ਕਦੇ ਵੀ ਕੋਈ ਵੀ ਚੀਜ਼ ਨੂੰ ਜੇਕਰ ਤੁਸੀਂ ਬਚਾਉਣਾ ਹੈ, ਸਭ ਤੋਂ ਪਹਿਲਾਂ ਜੇ ਏਕਤਾ ਦੀ ਗੱਲ ਕਰੀਏ, ਸਤਿਕਾਰ ਦੀ ਗੱਲ ਕਰੀਏ, ਜਿਵੇਂ ਬਹੁਤ ਜ਼ਿਆਦਾ ਫਿਰਕੇ ਪੈਦਾ ਹੋ ਚੁੱਕੇ ਨੇ, ਤਾਂ ਇਹਦੇ ਲਈ ਮੈਂ ਇੱਕ ਮੁੱਢਲੀ ਚੀਜ਼ ਜੋ ਮੈਂ ਸਮਝਦਾ ਬੇਸਿਕ ਚੀਜ਼ ਇਹ ਹੈ ਕਿ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਕਾਸ਼ਿਤ ਹੈ, ਉਹ ਇੱਕ ਸਾਰ, ਇੱਕ ਸੁਰ, ਇੱਕ ਰਸ ਜੋ ਹੈ ਉਹ ਲਾਗੂ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਆਪਾਂ ਕਿੰਨੇ ਤਰ੍ਹਾਂ ਦੇ ਫਿਰਕੇ ਵੱਖਰੀਆਂ ਵੱਖਰੀਆਂ ਆਪਣੀਆਂ ਰਹਿਤ ਮਰਿਆਦਾਵਾਂ ਬਣਾਈ ਜਾਵਾਂਗੇ, ਉਦੋਂ ਤੱਕ ਆਪਾਂ ਇੱਕ ਦੂਜਾ ਸਤਿਕਾਰ ਕਰ ਹੀ ਨਹੀਂ ਸਕਦੇ, ਧਾਰਮਿਕ ਤੌਰ 'ਤੇ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਇਹ ਮੇਰੇ ਵਿਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ। ਤੇ ਮੈਂ ਅਗਲੇ ਭਾਈ ਸਾਹਿਬ ਜੀ ਕੋਲ ਪੁੱਛਾਂਗਾ ਕਿ ਕਿੰਨਾ ਕਾਰਨਾਂ ਕਰਕੇ ਅਸੀਂ ਇੱਕ ਦੂਜੇ ਦਾ ਸਤਿਕਾਰ ਘੱਟ ਕਰਦੇ ਹਾਂ, ਅੱਜ ਦੇ ਸਿੱਖ ਦੇ ਵਿੱਚ ਨਿਮਰਤਾ ਕਿਉਂ ਨਹੀਂ ਹੈ, ਇਹਦੇ ਬਾਰੇ ਤੁਸੀਂ ਕੀ ਦੱਸੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਦਲੀਪ ਸਿੰਘ ਸੈਮੀ, ਅਤੇ ਮੈਂ ਇਸ ਬਾਰੇ ਤਾਂ ਇਹੀ ਕਹਿ ਸਕਦਾ, ਅੱਜ ਕੱਲ੍ਹ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਪ੍ਰੋਬਲਮ ਪੈਂਦੀਆਂ ਨਾ, ਉਸ ਤੋਂ ਹੀ ਸ਼ੁਰੂ ਹੁੰਦਾ ਸਾਰਾ ਇਹ ਕੰਮ। ਇਲੈਕਸ਼ਨਾਂ ਦੀ ਜਗ੍ਹਾ 'ਤੇ ਸਿਲੈਕਸ਼ਨਾਂ ਹੋਣ ਤਾਂ ਅੱਛਾ ਹੈ ਮੇਰੇ ਖਿਆਲ ਦੇ ਨਾਲ, ਅਤੇ ਹੋਰ ਤਾਂ ਮੈਨੂੰ ਖਾਸ ਇੰਨਾ ਪਤਾ ਨਹੀਂ। ਇਲੈਕਸ਼ਨ ਤੇ ਉਹਦੇ ਨਾਲ ਮਤਲਬ ਉਹਦਾ ਤੁਸੀਂ ਕਿਸ ਤਰ੍ਹਾਂ ਕੰਪੈਰੀਜ਼ਨ ਜਾਂ ਉਸ ਤਰ੍ਹਾਂ ਕਿਸ ਤਰ੍ਹਾਂ ਉਹਦਾ ਮੇਲ ਕਰੋਗੇ ਵੀ ਮਤਲਬ ਇਲੈਕਸ਼ਨਾਂ ਦੇ ਨਾਲ ਕਿਸ ਤਰ੍ਹਾਂ ਫ਼ਰਕ ਪੈਂਦਾ, ਥੋੜ੍ਹਾ ਤੁਸੀਂ ਡਿਟੇਲ ਦੇ ਵਿੱਚ ਦੱਸੋਗੇ? ਇਲੈਕਸ਼ਨਸ ਵਿੱਚ ਫਿਰ ਉਹ ਸਾਰੇ ਕਹਿੰਦੇ ਨੇ ਇਹ ਆਦਮੀ ਨਹੀਂ ਅੱਛਾ ਜਾਂ ਉਹ ਨਹੀਂ ਅੱਛਾ, ਇਸ ਕਰਕੇ ਨਾ ਸਾਰਾ ਪ੍ਰੋਬਲਮ ਕ੍ਰੀਏਟ ਹੁੰਦੀਆਂ। ਆਪਾਂ ਜੇ ਇਲੈਕਸ਼ਨ ਦੀ ਗੱਲ ਨਾ ਕਰੀਏ, ਨੋਰਮਲ ਲਾਈਫ ਦੇ ਵਿੱਚ, ਜਿੱਦਾਂ ਮੰਨ ਲਓ ਨੋਰਮਲ ਲਾਈਫ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਜਿਹੜੀ ਕਾਮਯਾਬੀ ਦੇਖ ਕੇ ਉਹਨੂੰ ਸੜਦਾ ਹੈ, ਉਹ 'ਤੇ ਖੁਸ਼ ਨਹੀਂ ਹੁੰਦਾ। ਇਹਦੇ ਬਾਰੇ ਜੇ ਆਪਾਂ ਗੱਲ ਕਰੀਏ, ਇਹਦੇ ਤਾਂ ਇਲੈਕਸ਼ਨ ਵੀ ਇਨਵੋਲਵ ਨਹੀਂ ਹੈਗੇ, ਇਹਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ? ਇਹ ਤਾਂ ਹੁਣ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਆਪਣੇ ਆਪ ਨੂੰ ਕਹਿ ਸਕਦਾ ਕਿ ਨਹੀਂ। ਅਤੇ ਆਪਾਂ ਕਿਸ ਤਰ੍ਹਾਂ ਇਸ ਚੀਜ਼ ਨੂੰ ਓਵਰਕਮ ਕਰ ਸਕਦੇ ਹਾਂ? ਇਸ ਨੂੰ ਬਸ ਉਹਨਾਂ ਨੂੰ ਸਾਰਿਆਂ ਨੂੰ ਕਹੋ ਕਿ ਗੁਰਦੁਆਰੇ ਆਉਣ, ਕਥਾ ਸੁਣ, ਬਾਣੀ ਸੁਣ, ਉਸ ਦੇ ਹਿਸਾਬ ਨਾਲ ਫਿਰ ਉਹ। ਧੰਨਵਾਦ ਭਾਈ ਸਾਹਿਬ ਜੀ। ਹਾਂਜੀ, ਹੁਣ ਮੈਂ ਆਪਣੇ ਨਾਲ ਬੈਠੇ ਭਾਈ ਸਾਹਿਬ ਜੀ ਕੋਲੋਂ ਪੁੱਛਾਂਗਾ। ਤੁਸੀਂ ਭਾਈ ਸਾਹਿਬ ਜੀ ਦੱਸੋ ਕਿ ਅੱਜ ਦਾ ਮਤਲਬ ਅੱਜ ਕਿਹਨਾਂ ਕਾਰਨਾਂ ਕਰਕੇ ਇੱਕ ਦੂਜੇ ਦਾ ਜਿਹੜਾ ਸਤਿਕਾਰ ਹੈ ਉਹ ਅਸੀਂ ਘੱਟ ਕਰਦੇ ਹਾਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Can I speak in English? Yes. See, I've seen certain things, especially on a special occasion, Guru Nanak Birthday or Guru Gobind Singh Ji and so on. The young generation who are educated, who are doctors, solicitors, they come to Gurdwara and now they do not have the knowledge of Gurmukhi, Punjabi language. So at least for about 15 minutes, you see, we should educate them by telling them that the founder of the Sikhs was Guru Nanak. What he did, he went to Makkah, he went to Hindu, he created a different religion so that people must understand that those things are not in Hindus, those things are not in Muslims or any other religion. Just as you say, caste system, then women's rights. He started then about the women's rights. We are talking only now. Now, these things, the young generation should be told in English, you see, that what Guru Nanak did and how Guru Gobind Singh sacrificed himself for the religion in order to have the Khalsa. His 4 sons we are celebrating now. He was, I call them, it was a murder by the Muslim rulers, you see. I remember I took a part when I was 9 years old, Fateh Singh. The wall was ready and they put a wall, you see, and everybody was crying. All the ladies were crying and everybody was crying, you see. So these things, we should tell the young generation that what we should be looking for. And it's a duty of parents that they should bring these children, especially on a special occasion, especially in the age of 12 to 18, they will be reluctant to come. But it's on a special Vaisakhi, Guru Nanak birthday. It's a parent's responsibility. If we want Sikh religion to rise in
then it's a duty of parents to help those children politely, diplomatically, bring them in Gurdwara so that they know what Gurus are, you see. That's a very important thing for these. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਥੈਂਕ ਯੂ ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਨੇ ਦੱਸਿਆ ਕਿ ਐਜੂਕੇਸ਼ਨ ਮੇਨ ਰੀਜ਼ਨ ਹੈ, ਕਿਸ ਤਰ੍ਹਾਂ ਸਾਨੂੰ ਸਿੱਖਾਂ ਦੇ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ। ਭਾਈ ਸਾਹਿਬ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੰਨਾ ਕਾਰਨਾਂ ਕਰਕੇ ਅੱਜ ਦਾ ਸਿੱਖ ਦੂਸਰੇ ਸਿੱਖ ਨਾਲ ਨਫ਼ਰਤ ਕਰ ਰਿਹਾ, ਪਿਆਰ ਨਹੀਂ ਕਰ ਰਿਹਾ, ਉਹਦੇ ਬਾਰੇ ਕੀ ਕਹੋਗੇ? ਖੜੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਦੋ ਕਾਰਨ ਨਜ਼ਰ ਆ ਰਹੇ ਜਿਹੜੇ ਸਾਡੀ ਸਿੱਖ ਕੌਮ ਦੇ ਵਿੱਚ ਜਿਹੜੇ ਬਹੁਤ ਹੀ ਇਫੈਕਟ ਕਰ ਰਹੇ ਨੇ ਬੱਚਿਆਂ ਦੇ ਉੱਪਰ। ਪਹਿਲੀ ਤਾਂ ਇਹ ਹੈ ਕਿ ਮਾਵਾਂ ਸਾਡੀਆਂ ਬਹੁਤ ਪ੍ਰੈਸ਼ਰ ਰੱਖਦੀਆਂ ਬੱਚਿਆਂ ਦੇ ਉੱਪਰ, ਛੋਟੇ ਬੱਚਿਆਂ ਨੂੰ ਸੰਭਾਲ ਨਹੀਂ ਸਕਦੀਆਂ। ਉਹਨਾਂ ਨੂੰ ਚਾਹੀਦੀ ਹੈ ਕੋਈ ਐਜੂਕੇਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਉਹ ਪਹਿਲਾਂ ਛੋਟੇ ਬੱਚਿਆਂ ਨੂੰ ਸੰਭਾਲਣ। ਫਿਰ ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡੇ ਕੰਮ ਕਰਨਾ ਪੈਂਦਾ ਸਾਰਿਆਂ ਨੂੰ, ਮਾਵਾਂ ਹੀ ਕੰਮ ਕਰਨ ਜਾਂਦੀਆਂ ਨੇ, ਉਹਦੇ ਕਰਕੇ ਵੀ ਉਹ ਮਤਲਬ ਕਿ ਕਿਸੇ ਤਰੀਕੇ ਨਾਲ ਨਾ ਚਾਹੁੰਦੀਆਂ ਨੇ ਕਿ ਸਾਡਾ ਕੰਮ ਘੱਟ ਜਾਏ ਐਂਡ ਦੇ ਡੂ ਦਿਸ ਥਿੰਗ। ਅੱਛਾ, ਦੂਸਰੀ ਗੱਲ ਜਿਹੜੀ ਮੇਰੇ ਦਿਲ 'ਚ ਆਉਂਦੀ ਉਹ ਇਹ ਆਉਂਦੀ ਪਈ ਹੈ ਕਿ ਅਸੀਂ ਆਪ ਹੀ ਆਪਣੀ ਕੌਮ ਨੂੰ ਵੰਡਿਆ। ਡਿਫਰੈਂਟ ਹੈਡਿੰਗਸ ਉੱਪਰ ਡਿਫਰੈਂਟ ਗੁਰਦੁਆਰੇ ਬਣਾਏ, ਕੋਈ ਰਾਮਗੜੀਆ ਸਿੰਘ ਸਭਾ ਬਣਾਤੀ, ਕੋਈ ਕੁਛ ਕੀਤਾ, ਜਿਹੜਾ ਅਸੀਂ ਉਹਦੇ ਕਾਰਨ ਜਿਹੜਾ ਇਹ ਸਭ ਕੁਛ ਹੋ ਰਿਹਾ ਇਹ ਸਾਰਾ ਸਾਡੇ ਆਪਣੇ ਕੀਤੇ ਤੇ ਹੋ ਰਿਹਾ। ਅਸੀਂ ਇਹਨੂੰ ਸੰਭਾਲ ਨਹੀਂ ਸਕੇ ਆਪਣੇ ਗੁਰੂ ਨਾਨਕ ਦੇਵ ਜੀ ਦੇ ਜਨਮ 'ਚ ਹੈ ਸੀਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੇਰੇ ਨਾਲ ਇੱਕ ਨੌਜਵਾਨ ਹੋਰ ਬੈਠੇ ਹੋਏ ਨੇ, ਮੈਂ ਇਹਨਾਂ ਨੂੰ ਪੁੱਛਾਂਗਾ ਕਿ ਖੜੇ ਹੋ ਜਾਓ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਸੀਂ ਦੱਸੋ ਕਿ ਜਿਹੜੀਆਂ ਵੰਡੀਆਂ ਸੀ ਗੁਰੂ ਨਾਨਕ ਦੇਵ ਜੀ ਨੇ ਖ਼ਤਮ ਕੀਤੀਆਂ ਸੀ, ਅੱਜ ਉਹ ਦੁਬਾਰਾ ਪੈ ਰਹੀਆਂ ਨੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵਾਲ ਦਾ ਟੌਪਿਕ ਜਿਹੜਾ ਆਪਣਾ ਟੌਪਿਕ ਹੈ, ਉਹ ਸਵਾਲ ਜਿਹੜਾ ਹੈ ਬਹੁਤ ਹੀ ਇੰਟਰਸਟਿੰਗ ਹੈਗਾ, ਕਿਉਂਕਿ ਜਿਹੜੀ ਵੰਡੀਆਂ ਦੀ ਗੱਲ ਸ਼ੁਰੂ ਹੋਈ ਹੈ, ਜਦੋਂ ਬੰਦੇ ਦੀ ਸੋਚ ਖਤਮ ਹੁੰਦੀ ਹੈ ਤਾਂ ਉਹ ਗੈਸ ਕਰਦਾ। ਵੈਨ ਯੂ ਡੂ ਅ ਗੈਸ ਦੇਰ ਇਜ਼ ਅ 50% ਚਾਂਸ ਯੂ ਮੇਕ ਅ ਮਿਸਟੇਕ। ਅਤੇ ਜਿੱਥੇ ਵੰਡਿਆਂ ਦੀ ਗੱਲ ਸ਼ੁਰੂ ਹੁੰਦੀ ਹੈ ਉੱਥੇ ਮੈਂ ਕਹਿੰਦਾ ਕਿ ਜਦ ਦੋ ਚੀਜ਼ਾਂ ਬੰਦਾ ਆਪਣੀ ਲਾਈਫ 'ਚ ਭੁੱਲ ਜਾਂਦਾ ਹੈ, ਪਹਿਲੀ ਮਾਂ ਅਤੇ ਦੂਜੀ ਮਾਂ ਬੋਲੀ, ਅਤੇ ਬੰਦਾ ਹੀ ਟੈਂਡਸ ਟੂ ਡੂ ਅ ਮਿਸਟੇਕ। ਉਹ ਗਲਤੀ ਕਰਨ ਦੇ ਵਿਚਕਾਰ ਸਾਰੇ ਉਹ ਪੋਟੈਂਸ਼ੀਅਲ ਉਹਦੇ ਅੰਦਰ ਆ ਜਾਂਦੇ ਨੇ ਕਿ ਉਹ ਗਲਤੀਆਂ ਕਰਦਾ ਹੈ। ਮੇਰੇ ਕੋਲ 3 ਪੁਆਇੰਟਸ ਲਿਖੇ ਸੀਗੇ, ਮੈਂ ਹੁਣੇ ਬਹਿ ਕੇ ਲਿਖ ਰਿਹਾ ਸੀ। ਇਟਸ ਕਿ ਪਹਿਲੇ ਤਾਂ ਬੰਦਾ ਇਹ ਸੋਚਦਾ ਹੈ ਕਿ ਅੱਜ ਦੀ ਫਾਸਟ ਮੂਵਿੰਗ ਲਾਈਫ ਵਿੱਚ ਨੋਰਮਲੀ ਵੀ ਫੋਰਗੈਟ ਕਿ ਅਸੀਂ ਕੀ ਸੁਣਨਾ ਚਾਹੁੰਦੇ ਹਾਂ, ਕੀ ਪੜ੍ਹਨਾ ਚਾਹੁੰਦੇ ਹਾਂ, ਕੀ ਕਰਨਾ ਚਾਹੁੰਦੇ ਹਾਂ। ਸੋ ਵਟ ਵੀ ਟੈਂਡ ਟੂ ਡੂ ਇਜ਼ ਵੀ ਲੁੱਕ ਐਟ ਅਦਰਸ ਐਂਡ ਵੀ ਫੋਲੋ ਦੈਮ। ਪਰ ਅਸੀਂ ਇੱਕ ਸਿੱਖ ਹਾਂ, ਸਾਡੀ ਪਛਾਣ ਹੀ ਅਲੱਗ ਬਣੀ ਸੀਗੀ। ਸੋ ਸਾਨੂੰ ਉਹ ਕਰਨਾ ਚਾਹੀਦਾ ਜਿਹੜੇ ਆਦੇਸ਼ ਸਾਨੂੰ ਦਿੱਤੇ ਗਏ ਨੇ, ਉਹ ਨਹੀਂ ਕਿ ਜਿਹੜੇ ਹੋਰ ਲੋਕੀ ਕਰ ਰਹੇ ਨੇ। ਪਹਿਲੀ ਗੱਲ ਉਹ ਸੀਗੀ। ਦੂਜੀ ਇਹ ਗੱਲ ਹੈ ਕਿ ਵੈਨ ਅ ਸਿੱਖ ਇਜ਼ ਡੂਇੰਗ ਸਮਥਿੰਗ, ਜਦ ਇੱਕ ਸਰਦਾਰ ਪਗੜੀ ਵਿੱਚ ਹੈਗਾ, ਉਹਨੇ ਕੁਝ ਕੀਤਾ, ਇਹ ਗੱਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਦੀ ਗੱਲ ਹੈਗੀ। ਉਹਨਾਂ ਨੇ ਸਿੱਖ ਬਣਾਇਆ, ਸਿੰਘ ਬਣਾਇਆ, ਪੱਗ ਸਜਾਈ, ਦਸਤਾਰ ਸਜਾਈ, ਅਤੇ ਹੀ ਮੈਂਟ ਇਟ ਕਿ ਜਦ ਤੁਸੀਂ ਕੁਝ ਕਰੋ ਤਾਂ ਤੁਸੀਂ ਸਟੈਂਡ ਆਊਟ ਹੋ ਕੇ ਕਰੋ। ਜਦ ਕਿਸੇ ਨੂੰ ਪੁੱਛਦੇ ਹਾਂ ਕੈਨ ਯੂ ਡਿਫਾਈਨ ਸਿੱਖ, ਅੱਜ ਦੀ ਜਨਰੇਸ਼ਨ ਸਾਡੇ ਵਿੱਚ ਲੋਕ ਇਹ ਕਹਿੰਦੇ ਨੇ ਕਿ ਸਿੱਖ ਇਜ਼ ਅ ਪਰਸਨ ਹੂ ਇਜ਼ ਵੇਅਰਿੰਗ ਟਰਬਨ ਹੂ ਕੈਨ ਸਟੈਂਡ ਆਊਟ। ਉਹ ਅਸੀਂ ਉਹਨੂੰ ਪੁੱਛਦੇ ਹਾਂ ਟਰਬਨ ਕੀ ਆ, ਅਤੇ ਉਹ ਕਹਿੰਦੇ ਨੇ ਇਟਸ ਅ ਪੀਸ ਆਫ ਕਲੋਥ, ਕੱਪੜੇ ਦਾ ਇੱਕ ਟੁਕੜਾ ਹੈਗਾ ਜਿਹੜਾ ਅਸੀਂ ਸਿਰ 'ਚ ਪਾਇਆ। ਕਿਉਂ ਪਾਇਆ ਜੀ? ਉਹਦੇ ਵਿੱਚ ਰੀਜ਼ਨ ਉਹਨਾਂ ਦਾ ਇਹ ਹੈਗਾ ਕਿਉਂਕਿ ਇਹ ਮੇਰੇ ਡੈਡੀ ਪਾਉਂਦੇ ਸੀ, ਐਵੇਂ ਸਰਦਾਰ ਬਣਦੇ ਆ ਪਗੜੀ ਪਾ ਕੇ। ਅੱਛਾ ਜੀ, ਅਤੇ ਜੇ ਦਾੜੀ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਉਹ ਅੱਜ ਦੇ ਸਿੰਗਰ ਨੇ ਦਾੜੀ ਕੱਟੀ ਹੈ ਅਤੇ ਹੀ ਲੁਕਸ ਕੂਲ, ਸੋ ਆਈ ਕੈਨ ਡੂ ਦ ਸੇਮ ਵੇ, ਮੈਂ ਵੀ ਕੂਲ ਬਣ ਜਾਵਾਂਗਾ ਦਾੜੀ ਥੋੜ੍ਹੀ ਟ੍ਰਿਮ ਕਰਕੇ ਐਂਡ ਆਲ ਦੈਟ। ਜਿੱਥੇ ਸਾਡੀ ਨੌਲੇਜ ਖਤਮ ਹੋ ਰਹੀ ਹੈ ਉੱਥੇ ਅਸੀਂ ਗਲਤੀ ਕਰਨ ਦੇ ਵਿੱਚ ਆ ਰਹੇ ਹਾਂ। ਅਸੀਂ ਵੀ ਆਰ ਮੂਵਿੰਗ ਟੂਵਰਡਸ ਸਮਥਿੰਗ ਦੈਟ ਇਜ਼ ਰੋਂਗ, ਕਿਉਂਕਿ ਸਾਡੀ ਸੋਚ ਉੱਥੇ ਖਤਮ ਹੁੰਦੀ ਹੈ। ਅਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਸੀਂ ਸਿੱਖ ਹੋ, ਉਹੀ ਗੱਲ ਸੰਤ ਭਿੰਡਰਾਂਵਾਲੇ ਜੀ ਨੇ ਰਿਪੀਟ ਕੀਤੀ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਦੇਖੋ ਸਿੱਖਾਂ ਦੇ ਉੱਤੇ ਸਿਰਫ 2 ਗੱਲਾਂ ਲਾਗੂ ਹੁੰਦੀਆਂ ਨੇ। ਪਹਿਲੀ ਗੱਲ, ਆਪਣਾ ਤੁਸੀਂ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਆਦੇਸ਼ ਸੀਗਾ। ਦੂਜਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤੁਸੀਂ ਗੱਲ ਪੂਰੀ ਕਰਨੀ ਹੈ ਕਿ ਤੁਸੀਂ ਸਿੱਖ ਹੋ, ਸਭ ਤੋਂ ਅਲੱਗ ਹੋ।
ਤੇ ਕੋਈ ਵੀ ਇਹੋ ਜਿਹਾ ਮੌਕਾ ਜਿਹਦੇ ਵਿੱਚ ਸਿੱਖ ਨੂੰ ਪਤਾ ਹੈ ਕਿ ਉਹਦੇ ਤੋਂ ਗਲਤੀ ਹੋ ਸਕਦੀ ਹੈ, ਉਹ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ when you do a mistake, it is not Jaswant Singh or Jaswinder Singh doing a mistake. The headlines that comes in news and newspaper is a Sikh did a mistake. ਜਦੋਂ ਬੰਬ ਬਲਾਸਟ ਹੁੰਦੇ ਨੇ ਤੇ ਮੁਸਲਿਮ ਦਾ ਨਾਂ ਨਹੀਂ ਆਉਂਦਾ ਮੁਹੰਮਦ ਇਹਨੇ ਕੀਤਾ, ਇਸਲਾਮਿਕ ਟੈਰਰਿਸਟ ਡਿਡ ਦੈਟ। ਤੇ ਰਿਲੀਜਨ ਤੇ ਗੱਲ ਪਾਣੀ ਹੈ, ਦੁਨੀਆ ਦੀ ਬਹੁਤ ਪੁਰਾਣੀ ਰੀਤ ਹੈਗੀ, ਐਵੇਂ ਹੁੰਦਾ ਹੈ। ਤੇ ਜਰਨੈਲ ਸਿੰਘ ਜੀ ਨੇ ਵੀ ਕਿਹਾ ਸੀਗਾ ਕਿ ਕੋਈ ਚੰਗਾ ਕੰਮ ਕਰਨ ਦੇ ਤੁਹਾਨੂੰ ਮੌਕਾ ਮਿਲੇ ਨਾ ਤੇ ਅੱਗੇ ਵੱਧ ਕੇ ਕਰੋ, ਕਿਉਂਕਿ ਤੁਹਾਡਾ ਨਾਂ ਤੇ ਉੱਚਾ ਹੋਏਗਾ ਹੀ ਹੋਏਗਾ, ਤੁਹਾਡੇ ਧਰਮ ਦਾ ਵੀ ਪ੍ਰਚਾਰ ਹੋ ਜਾਏਗਾ ਨਾਲੇ। ਤੇ ਗਲਤ ਕੰਮ ਕਰੋਗੇ ਤੇ ਤੁਹਾਡਾ ਖੁਦ ਦਾ ਨੁਕਸਾਨ ਹੈ ਤੇ ਧਰਮ ਦਾ ਸਭ ਤੋਂ ਪਹਿਲੇ ਹੈ। ਤੇ ਲਾਸਟ ਗੱਲ ਇਹ ਹੈਗੀ ਕਿ ਅੱਜ ਸਾਡੇ ਨੌਜਵਾਨਾਂ ਵਿੱਚ ਅਸੀਂ ਛੋਟੇ ਛੋਟੇ ਬੱਚੇ, ਮੈਂ ਵੀ ਛੋਟਾ ਬੱਚਾ ਹੀ ਹਾਂ, ਤਾਂ ਇੱਥੇ ਸਾਰੇ ਵਡੇਰੇ ਬੈਠੇ ਨੇ ਮੇਰੇ। ਤੇ ਜਦ ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਕੁਐਸਚਨਸ ਪੁੱਛਦੇ ਸੀ ਆਪਣੀ ਮਮ ਡੈਡ ਨੂੰ, ਤੇ ਇੱਕ ਤੇ ਸਾਡੀ ਜਿਵੇਂ ਮੈਂ ਕਿਹਾ ਮਾਂ ਤੇ ਮਾਂ ਬੋਲੀ ਜੇ ਦੋ ਵਿਸਰ ਜਾਵੇ ਤੇ ਫਿਰ ਕੁਝ ਨਹੀਂ ਮਿਲਦਾ। ਤੇ ਇੰਗਲਿਸ਼ ਵਿੱਚ ਆਈ ਗੈਸ ਅਸੀਂ ਗੱਲਾਂ ਕਰਦੇ ਹਾਂ, ਵਿਚ ਇਜ਼ ਅ ਵੈਰੀ ਗੁੱਡ ਲੈਂਗੁਏਜ, ਯੂਨੀਵਰਸਲ ਲੈਂਗੁਏਜ ਹੈ, ਸਾਰਿਆਂ ਨੂੰ ਸਮਝ ਆਉਂਦੀ ਹੈ, ਪਰ ਕੁਝ ਭਾਵ, ਕੁਝ ਇਮੋਸ਼ਨਸ, ਕੁਝ ਚੀਜ਼ਾਂ ਜਿਹੜੀ ਪੰਜਾਬੀ ਵਿੱਚ ਹੈਗੀਆਂ ਉਹ ਲੈਕ ਹੈਗੀ ਇੰਗਲਿਸ਼ ਵਿੱਚ। ਤੇ ਜਿਹੜੇ ਉਹ ਪੰਜਾਬੀ ਵਿੱਚ ਗੱਲਾਂ ਅਸੀਂ ਕਰਦੇ ਹਾਂ, ਸਾਡੀ ਬੋਲੀ ਇੰਪਰੂਵ ਹੁੰਦੀ ਹੈ, ਸਾਡੀ ਗੱਲਾਂ ਇੰਪਰੂਵ ਹੁੰਦੀਆਂ ਨੇ, ਸਾਨੂੰ ਇੰਪੋਰਟੈਂਸ ਪਤਾ ਲੱਗਦੀ ਹੈ। ਹੁਣ ਇੱਕ ਬੱਚਾ ਜੇ ਆਪਣੇ ਘਰ ਸਵਾਲ ਪੁੱਛੇ ਕਿ ਅਸੀਂ ਮੰਮੀ ਕੇਸ ਕਿਉਂ ਰੱਖੇ ਨੇ, ਡੈਡੀ ਕੇਸ ਕਿਉਂ ਰੱਖੇ ਨੇ, ਤੇ ਸਾਨੂੰ ਕਦੀ ਕਦੀ ਸਾਡੇ ਪੇਰੈਂਟਸ ਦੇ ਦੈਮਸੈਲਵਸ ਡੋਂਟ ਹੈਵ ਸੋ ਮਚ ਨੌਲੇਜ, ਕਿਉਂਕਿ ਜਿਹੜੇ ਅਸੀਂ ਬਾਹਰ ਪੈਦਾ ਹੋਏ ਹਾਂ, ਕਦੀ ਅਸੀਂ ਵਾਪਿਸ ਆਪਣੇ ਕੰਟਰੀ ਬਹੁਤ ਘੱਟ ਜਾਂਦੇ ਹਾਂ, ਜਾਂ ਅਸੀਂ ਆਪਣਾ ਇਤਿਹਾਸ ਨਹੀਂ ਕਦੀ ਜ਼ਿਆਦਾ ਪੜ੍ਹਿਆ ਹੋਵੇ, ਤੇ ਵੀ ਐਕਸਪਲੇਨ ਦੈਮ ਬਿਕੋਜ਼ ਦਿਸ ਇਜ਼ ਆਰ ਆਈਡੈਂਟੀਟੀ। ਸਿਰਫ ਇੰਨਾ ਕਹਿ ਕੇ ਚੁੱਪ ਕਰ ਜਾਂਦੇ ਆ, ਤੇ ਬੱਚੇ ਦੇ ਦਿਮਾਗ ਸਿਰਫ ਇਹੀ ਪੈ ਜਾਂਦਾ ਹੈ ਕਿ ਸਰਦਾਰ ਐਵੇਂ ਹੁੰਦੇ ਨੇ, ਕੇਸ ਰੱਖਣੇ ਹੀ ਹੁੰਦੇ ਨੇ। But then if somebody outside asks us, why do you keep hairs? And we say, it's our identity. He says, can you give me any scientific importance? Can you give me any logical reason why do you keep hairs? ਤਾਂ ਉਹਦੇ ਕੋਲ ਕੋਈ ਜਵਾਬ ਨਹੀਂ ਹੈ, ਐਂਡ ਫਾਈਨਲੀ ਹੀ ਗੈਟਸ ਡੀਮੋਟੀਵੇਟਡ, ਐਂਡ ਉਹ ਆਪਣੇ ਆਪ ਨੂੰ ਕੁਐਸਚਨ ਕਰਦਾ ਕਿ ਮੈਂ ਕਿਉਂ ਰੱਖੇ ਨੇ, ਆਈ ਸ਼ੁੱਡ ਕੱਟ ਮਾਈ ਹੇਅਰਸ, ਇਟਸ ਯੂਜ਼ਲੈਸ, ਇਟਸ ਜਸਟ ਅ ਸ਼ੋ ਆਫ। ਬਟ ਜੇ ਅਸੀਂ ਇਹ ਸਮਝਾਈਏ ਕਿ ਇੰਪੋਰਟੈਂਸ ਕੀ ਹੈ, ਫੋਰ ਐਗਜ਼ਾਮਪਲ ਮੈਂ ਇਹ ਸਮਝਾਉਣਾ ਜ਼ਰੂਰ ਚਾਹਾਂਗਾ, ਹੁਣ ਮੈਂ ਬੋਲ ਰਿਹਾ ਔਨਲਾਈਨ ਕਿ ਜਿਹੜੇ ਆਪਣੇ ਕੇਸ ਨੇ ਅੱਜ ਤੋਂ ਨਹੀਂ, ਗੁਰੂ ਸਾਹਿਬ ਦੇ ਟਾਈਮ ਤੋਂ ਵੀ ਪਹਿਲੇ ਤੋਂ ਇਹਦੀ ਮਹਾਨਤਾ ਰੱਖੀ ਗਈ ਹੈ, ਕਿਉਂਕਿ ਇਹਨਾਂ ਨੂੰ ਰਿਸੈਪਟਰਸ ਕਹਿੰਦੇ ਨੇ। These are the most sensory receptors in a body, hairs. ਜਦੋਂ ਠੰਡ ਲੱਗਦੀ ਹੈ ਤੇ ਸਾਡੇ ਵਾਲ ਖੜੇ ਹੋ ਜਾਂਦੇ ਨੇ, ਕਿਸ ਲਈ? ਕਿਉਂਕਿ ਉਹ ਹਵਾ ਟਰੈਪ ਕਰਦੇ ਨੇ ਟੂ ਮੇਕ ਯੂ ਬੋਡੀ ਵਾਰਮ। ਸੋ ਇਹ ਸਭ ਚੀਜ਼ਾਂ ਜੇ ਆਪਣੇ ਬੱਚਿਆਂ ਨੂੰ ਐਕਸਪਲੇਨ ਕਰਾਂਗੇ ਕਿ ਇਹ ਸਾਨੂੰ ਸਾਡੀ ਬੋਡੀ ਵਿੱਚ ਇਹਦਾ ਇੱਕ ਯੂਜ਼ ਹੈਗਾ, ਐਂਡ ਇਟਸ ਸੈਡ, ਇਹ ਇੱਕ ਫੈਕਟ ਹੈਗਾ ਮਿਲਟਰੀ ਵਿੱਚ, ਇਟਸ ਅ ਫੈਕਟ ਵਿਚ ਇਜ਼ ਆਲ ਓਵਰ ਦ ਵਰਲਡ। ਜਿਹੜਾ ਆਪਣੇ ਸਪੈਨਿਸ਼ ਜਿਹੜੇ ਰੈਬਲੈਂਸ ਹੋਏ ਨੇ, ਜਾਂ ਹੋਰ ਵੀ ਕਿਹੜੇ ਰੈਬਲੈਂਸ ਹੋਏ ਨੇ, ਚੇ ਗੇਵਾਰਾ, ਉਹ ਸਭ ਜਿਹੜੇ ਬੱਚਿਆਂ ਨੂੰ ਜ਼ਿਆਦਾ ਪਤਾ ਹੈਗੇ ਨੇ, ਉਹਨਾਂ ਦੇ ਮਿਲਟਰੀ ਵਿੱਚ ਤੁਸੀਂ ਦੇਖ ਲਓ ਸਾਰਿਆਂ ਦੇ ਕੇਸ ਵੱਡੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਇਹ ਚੀਜ਼ ਡੈਮੋ ਕਰਕੇ ਦੇਖੀ ਹੈ ਕਿ ਜਿਨ੍ਹਾਂ ਦੇ ਕੇਸ ਕੱਟੇ ਜਾਂਦੇ ਨੇ ਉਹ ਐਨੀਮੀਜ਼ ਨੂੰ ਡਿਟੈਕਟ ਨਹੀਂ ਕਰ ਸਕਦੇ ਜਿੰਨੀ ਜਲਦੀ ਜਿਨ੍ਹਾਂ ਦੇ ਕੇਸ ਹੁੰਦੇ ਨੇ। ਸੋ ਸਾਡੀ ਬੋਡੀ ਵਿੱਚ ਇਹਨਾਂ ਦਾ ਇੱਕ ਯੂਜ਼ ਹੈਗਾ। ਜੇ ਇਹ ਇਨਫੋਰਮੇਸ਼ਨ ਅਸੀਂ ਸਾਰੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਰਾਹੀਂ, ਆਪਣੇ ਇਤਿਹਾਸ ਰਾਹੀਂ, ਆਪਣੀ ਹੋਰ ਜਿਹੜੀ ਆਪਣੀ ਘਟਨਾਵਾਂ ਹੋਈਆਂ ਨੇ ਸਾਡੇ ਧਰਮ ਵਿੱਚ, ਇਹ ਸਮਝਾਈਏ ਕਿ ਕਿਉਂ ਰੱਖੇ ਗਏ ਨੇ, ਕੀ ਰੀਜ਼ਨ ਹੈਗਾ, ਤੇ ਇਹਦੀ ਦੇਖਭਾਲ ਕਿਵੇਂ ਕਰਨੀ ਹੈ, ਤੇ ਆਈ ਥਿੰਕ ਇਹ ਗੈਪ ਘੱਟ ਜਾਵੇਗਾ, ਸਾਡੇ ਵਿੱਚ ਵੰਡੀਆਂ ਘੱਟ ਜਾਵਣਗੀਆਂ, ਐਂਡ ਵੀ ਵਿਲ ਬੀ ਅ ਬੈਟਰ ਸਿੱਖ। ਜੇ ਮੈਂ ਕੋਈ ਗਲਤ ਕਿਹਾ ਹੋਏ ਤੇ ਪਲੀਜ਼ क्षमा ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਛੋਟੇ ਵੀਰ ਨੇ ਕਾਫੀ ਹੱਦ ਤੱਕ ਕਾਫੀ ਕੁਝ ਐਕਸਪਲੇਨ ਕਰ ਦਿੱਤਾ ਕਿ ਐਜੂਕੇਸ਼ਨ 'ਤੇ ਗੱਲ ਆ ਜਾਂਦੀ ਹੈ ਕਿ ਐਜੂਕੇਸ਼ਨ ਸਿਸਟਮ ਉਹ ਸਹੀ ਨਹੀਂ ਹੈ, ਸਿੱਖਾਂ ਦੇ ਬੱਚਿਆਂ ਨੂੰ ਅਸੀਂ ਪ੍ਰੋਪਰ ਐਜੂਕੇਸ਼ਨ ਨਹੀਂ ਦੇ ਰਹੇ। ਅਤੇ ਮੈਂ ਅੱਗੇ ਵੱਧਦਾ ਹਾਂ, ਆਪਣੇ ਵੀਰ ਜੀ ਕੋਲੋਂ ਪੁੱਛਾਂਗਾ ਕਿ ਅੱਜ ਸਿੱਖਾਂ ਦੇ ਵਿੱਚ ਵੰਡੀਆਂ ਕਿਉਂ ਪਈਆਂ ਹੋਈਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਖੜੇ ਹੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। I want to go back to education, if that's okay. Basically, just want to say that my grandfather came here first with my parents many years ago, and from my parents I've started coming here, which is 36 years ago, and my children come here, and I've been blessed by coming here and doing recording like Asa Diwar in the mornings or Kirtan during the daytime, and we come here 6 o'clock in the morning on a Sunday, and there are no children, there are no youths. I mean, today if you see downstairs in the darwaza, there was no one there. There was about 15-20 people on a Wednesday. So what I say is it's to do with education. The Gurdwara needs to bring a youth project here,
And from here, we should start listening to the youth. We should see what they want. And then from there on, make it interesting. So basically, this is, there's all politics, there's all the committees, but unfortunately, they are getting neglected. So if they can start something like that, then, there'll be more interest. At the moment, there's none. Have you learned something from this Gurdwara? I mean, I have an interest. So I have, but it's others that we would wish to bring here. I mean, my children, I bring them here. They're only 2 and 4 years old, and they love coming to the Gurdwara. But if they have something to back that up, some sort of which when they get a bit older, learn Punjabi, learn to write, hopefully do Kirtan as well, which they're quite strong in this Gurdwara anyway. But it's to bring other youth as well. We are here, I mean, I'm here as well, trying to force them, but we should get other like-minded, same sort of age group to do the same as well. So if other Gurdwara can listen, that would be great. So what do you think? Is the media can play an important role in that or not? Well, I mean, you're here today, so you are putting these questions to us. Yeah. So, if there are more people at home, they want to listen, they should say, yeah, come and look, it's on TV, get the children involved, and maybe more in English as well, because sometimes in Punjabi they don't understand. So if you could do that, that would be great. I mean, you have children's programs on, but, they're at 4 o'clock, 3 o'clock, when CBB is on, basically. If you have it in the evening, early evening, the parents can force them, look, this is Punjabi program, this is about the Gurus, this is about Gurmukhi, whichever. So, if you could do that, it would be absolutely fantastic. ਥੈਂਕ ਯੂ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਸੁਣ ਲਿਆ ਕਿ ਸਾਨੂੰ ਯੂਥ ਨੂੰ ਕੋਲ ਲਿਆਉਣ ਲਈ ਵੱਧ ਤੋਂ ਵੱਧ ਪ੍ਰੋਗਰਾਮ ਕਰਨੇ ਚਾਹੀਦੇ ਹਨ। ਤੇ ਹੁਣ ਮੈਂ ਪੁੱਛਾਂਗਾ ਬੀਬੀ ਜੀ ਨੂੰ ਕਿ ਤੁਸੀਂ ਕੀ ਸੋਚਦੇ ਹੋ ਕਿ ਆਪਣੇ ਸਿੱਖ ਕੌਮ ਦੇ ਵਿੱਚ ਇਸ ਤਰ੍ਹਾਂ ਵੰਡੀਆਂ ਕਿਉਂ ਪਈਆਂ ਹੋਈਆਂ ਨੇ, ਕਿਉਂ ਨਹੀਂ ਨਿਮਰਤਾ ਹੈਗੀ? ਹਾਂਜੀ, ਖੜੇ ਹੋ ਜਾਓ। वाहिगुरु जी का खालसा वाहिगुरु जी की फतेह। बस वही बात है जो मेरे भाई ने कही कि क्या कहते हैं, बच्चों को जो है ना मौका देना चाहिए, उनके लिए स्पेशली एक दिन रखना चाहिए। और बच्चों को जैसे एज ग्रुप में ड्रामास, जैसे हमारे सिख के, जैसे मेरे हस्बैंड ने बताया जब वो छोटे थे तो उन्होंने दीवार के अंदर चिना गया था, तो इस तरह के ड्रामे और उसको करके बच्चों को इंटरेस्टिंग प्रोग्राम बना के देना चाहिए। और एक दिन ज़रूर रखना चाहिए, जैसे वेडनेसडे है तो बच्चों का वेडनेसडे बच्चों का हो। वाहिगुरू जी का खालसा वाहिगुरू जी। ਤੁਸੀਂ ਮੈਨੂੰ ਆਪਣਾ ਨਾਮ ਦੱਸੋਗੇ ਜੀ? हाँ जी, मेरा नाम रत्ना नवानी है, मैं सिंधी हूँ, पर हम सिंधी लोग हम भी सिख धर्म को ऐसे ही मानते हैं जैसे सिख लोग मानते हैं। धन्यवाद। थैंक यू। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਅਗਲੇ ਬੈਠੇ ਬੀਬੀ ਜੀ ਨੂੰ ਪੁੱਛਾਂਗਾ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੀਬੀ ਜੀ ਨਹੀਂ ਬੋਲਣਾ ਚਾਹੁੰਦੇ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਸਿੱਖ ਧਰਮ ਦੇ ਵਿੱਚ ਵੰਡੀਆਂ ਕਿਉਂ ਪਈਆਂ ਹੋਈਆਂ ਨੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਜ਼ੂਰੀ ਰਾਗੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਅੱਜ ਬੜੀ ਖੁਸ਼ੀ ਹੋ ਰਹੀ ਹੈ ਲੰਡਨ ਦੀ ਸੰਗਤ ਦੀ ਦੀਦਾਰ ਕਰਦੇ ਹੋਏ, ਨਾਲੇ ਸਿੱਖ ਚੈਨਲ ਨਾਲ ਮਿਲ ਕੇ ਅੱਜ ਇੰਨੀ ਖੁਸ਼ੀ ਹੋ ਰਹੀ ਕਿ ਤੁਸੀਂ ਆਪ ਸਾਂਝਾ ਸਾਡਾ ਦੁੱਖੜਾ ਤੁਸੀਂ ਆਪ ਜੀ ਨੂੰ ਖਾਲਸਾ ਚੈਨਲ ਤੇ ਪਹੁੰਚਾ ਰਹੇ ਹੋ, ਸਿੱਖ ਚੈਨਲ ਤੇ ਪਹੁੰਚਾ ਰਹੇ ਹੋ। ਦਾਸ ਅੱਜ ਕਿਉਂ ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਤਿਗੁਰੂ ਜੀ ਦਾ ਫਰਮਾਨ ਹੈ, ਜਬ ਇਹ ਗਏ ਵਿਪਰੀਨ ਕੀ ਰੀਤ ਮੈਂ ਨ ਕਰੋ ਇਨਕੀ ਪ੍ਰਤੀਤ। ਸਭ ਤੋਂ ਵੱਡੀ ਗੱਲ ਅਸੀਂ ਰਹਿਤ ਮਰਿਆਦਾ ਭੁੱਲ ਜਾ ਰਹੇ ਨੇ। ਹਾਂਜੀ, ਸਭ ਤੋਂ ਵੱਡੀਆਂ ਗੱਲਾਂ ਅਸੀਂ ਜਿਮੀ ਜਮਾਨ ਕੀ ਵਿਖੇ ਸਮਸਤ ਇੱਕ ਜੋਤ ਹੈ। ਸਤਿਗੁਰਾਂ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਚੌਵਰਨਾ ਦੀ ਸਾਂਝਾ ਬਣਾਉਣ ਵਾਸਤੇ ਸਾਰਾ ਉਹਨਾਂ ਨੇ ਉਦਾਸੀ ਕੀਤੀ ਸੀ, ਆਪਣਾ ਜੀਵਨ ਸਫਲ ਕਰਨ ਵਾਸਤੇ, ਆਪਣਾ ਸੰਸਾਰ ਨੂੰ ਇਕਤਾ ਕਰਨ ਵਾਸਤੇ ਸਾਰਾ ਉਹਨਾਂ ਨੇ ਚਾਰੀ ਉਦਾਸ ਕਰਦੇ ਨੇ, ਇਹ ਜਿਮੀ ਜਾਤ ਪਾਤ ਮਿਟਾਉਣ ਵਾਸਤੇ। ਅੱਜ ਉਹ ਸਾਡੀਆਂ ਸਿੱਖਾਂ 'ਚ ਜਾਤ ਪਾਤ ਦਾ ਬਹੁਤ ਅਛੂਤ ਦਾ ਚੱਲ ਰਿਹਾ ਹੈ। ਮੈਂ ਇਹ ਜੀ, ਮੈਂ ਉਹ ਜੀ, ਸਭ ਤੋਂ ਵੱਡੀਆਂ ਗੱਲਾਂ ਗੁਰੂ ਨਾਨਕ ਤੋਂ ਲੈ ਕੇ 10 ਗੁਰਾਂ ਤੱਕ ਸਤਿਗੁਰੂ ਨੇ ਜਿਮੀ ਜਮਾਨ ਦੇ ਵਿਖੇ ਸਮਝ ਇੱਕ ਜੋਤ ਬਣਾਉਣ ਵਾਸਤੇ ਸਭ ਕੁਝ ਉਹਨਾਂ ਨੇ
ਸ਼ਹੀਦੀਆਂ ਪਾਈਆਂ, ਆਪਣਾ ਸਰਵਾਂਸ ਵਾਰਿਆ। ਇਸ ਕਰਕੇ ਅਸੀਂ ਸਤਿਗੁਰੂ ਜੀ ਦਾ ਸਭ ਤੋਂ ਵੱਡੀ ਗੱਲ, ਅਸੀਂ ਜਬ ਇਹ ਗਏ ਵਿਪਰੀਨ ਕਿਰੀਦ, ਅਸੀਂ ਸਤਿਗੁਰੂ ਜੀ ਦੇ ਜਿਹੜੇ ਅਮੂਲ ਬਚਨ ਨੇ ਅਸੀਂ ਉਹ ਉਹਨਾਂ ਦੇ ਬੰਜਰ ਦੇ ਨਹੀਂ ਚੱਲ ਰਹੇ ਨੇ। ਸਭ ਤੋਂ ਵੱਡੀ ਗੱਲ ਹੋਰ ਆਪ ਜੀ ਨੂੰ ਜ਼ਰੂਰ ਮੇਰੀ ਬੇਨਤੀ ਪ੍ਰਵਾਨ ਕਰਾਂਗਾ, ਜਿਵੇਂ ਸਿਕਲੀਕਰ ਲੋਕਾਂ ਨੇ ਅੱਜ ਕੌਣ ਕਹਿੰਦਾ ਹੈ ਜੀ ਸਾਡੇ 'ਚ ਭੇਦਭਾਵ ਨਹੀਂ, ਜਿਹੜੀ ਅਸਲ ਜੇ ਸਿੱਖੀ ਹੈ ਜਿਨ੍ਹਾਂ ਨੇ ਹਰਗੋਬਿੰਦ ਸਾਹਿਬ ਲਿਓ ਜੇ ਵਣਜਾਰੇ ਸਿੰਘ ਜਿਹੜੇ ਅੱਜ 12 ਕਰੋੜ ਦੀ ਆਬਾਦੀ ਹੈ, ਆਪਣੇ ਆਪ ਸਿੱਖ ਜ਼ਰੂਰ ਕਹਿੰਦੇ ਅਸੀਂ, ਪਰ ਸਿੱਖ ਦਾ ਕਹਿੰਦਾ ਪੁੱਤ ਜਨੋਰਾ ਬਾਹਰ ਆ, ਜਿਹੜਾ ਉਹੀ ਪੁੱਤ ਹੁੰਦਾ ਜਿਹੜੇ ਗੁਰੂ ਦੇ ਬਚਨ ਪੂਰੇ ਕਰੇ। ਅੱਜ ਉਹ ਲੁੱਟਦੀ ਫਿਰਦੀ ਹੈ, ਅੱਜ 12 ਕਰੋੜ ਆਬਾਦੀ ਹੈ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਜਿਸ ਬਦੌਲਤ ਅਸੀਂ ਬੈਠੇ ਹਾਂ। ਸਿਕਲੀ ਕਰ ਲੋਕ ਜੇ ਚਾਹੇ ਤਨ ਨੂੰ ਕਪੜਾ ਨਾ ਹੋਣ ਅੱਜ ਜੁੜੇ ਸੁਜਾਨੇ ਦਾਸ ਉਹ ਉਸ ਪਰਿਵਾਰ ਚੋਂ ਵਣਜਾਰੇ ਸਿੱਖਾਂ ਤੋਂ ਸਿੱਖ ਧਰਮ ਅੰਮ੍ਰਿਤ ਛਕਿਆ ਹੈ। ਦਾਸ ਨੇ 400 ਸਿੰਘ ਸਜਾਇਆ ਗਿਆ ਹੈ। ਸਭ ਤੋਂ ਮੈਂ ਕਤਕੇ ਮਾਈ ਬਾਪ ਕਤਕੇਰਾ ਦਾਸਤਾ ਤੇ ਝੋਪੜਾ ਹੀ ਅੱਜ ਤੇ ਝੋਪੜਾ ਹੀ ਹੈਗਾ। ਮੈਂ ਬਹੁਤ ਵਡਭਾਗੀ ਸਿੰਘ ਮੈਂ ਸਮਝਦਾ ਕਿ ਇਸ ਸਿੱਖ ਧਰਮ 'ਚ ਮੈਂ ਅੰਮ੍ਰਿਤ ਛਕ ਕੇ ਮੇਰਾ ਜਨਮ ਸਫਲਾ ਹੋਇਆ। ਦਾਸ ਉੱਥੋਂ ਪਿੰਡ ਪਿੰਡ ਜਾ ਕੇ ਮੈਂ ਸਿੱਖ ਦਾ ਪ੍ਰਚਾਰ ਕਰ ਰਿਹਾ ਹਾਂ। ਮੈਨੂੰ ਬਹੁਤ ਉੱਥੇ ਵੀ ਦਾਸ ਗੁਰੂ ਘਰ ਬਣਾ ਰਿਹਾ ਹੈ। ਹਾਂਜੀ 3 ਏਕੜ 'ਚ ਟਰੱਸਟ ਬਣਾ ਕੇ ਮੈਨੂੰ ਕਈ ਸਵਾਲ ਕਰਨ ਲੱਗੇ। ਉਹ ਇਸਲਾਮ ਧਰਮ ਦਾ ਉੱਥੇ ਬਹੁਤ ਵੱਡਾ ਸਕੂਲ ਹੈ। ਉੱਥੇ ਜੀ 10,000 ਸਕੂਲ ਪੜ੍ਹਦੇ ਨੇ ਇਸਲਾਮ ਧਰਮ ਵਾਲੇ ਲੋਕ। तो मैंने भी किसी ने चैनल वाले पूछने लगे भाई सरदार जी आप यहाँ गुरुद्वारा क्यों बना रहे हो, यहाँ तो सरदार नहीं है। मैं कि चौवरना के साझा ਤੁਹਾਨੂੰ ਅਸੀਂ ਗੁਰੂ ਨਾਨਕ ਦਾ ਸੰਦੇਸ਼ ਦੇਣੇ ਆਏ ਨੇ। ਹਾਂਜੀ ਸਮੁਸਤ ਇੱਕ ਜੋਤ ਬਣਾਉਣਾ ਆਏ ਨੇ। ਜੇ ਇਹ ਸਮੁੰਦਰ ਅਸੀਂ ਬਣਾ ਰਹੇ ਨੇ, ਇਹ ਅੰਮ੍ਰਿਤ ਕੁੰਡ ਬਣਾ ਰਹੇ ਨੇ, ਜਿਹਨੂੰ ਇੱਕ ਅੰਸ਼ ਬਣਨਾ ਚਾਹੁੰਦੇ ਹੋ, ਜੇ ਤੁਸੀਂ ਡੁਬਕੀ ਮਾਰ ਸਕਦੇ ਹੋ ਸਿੱਖ ਧਰਮ 'ਚ ਤਾਂ ਦਾਸ ਉਸ ਪਰਿਵਾਰ 'ਚੋਂ ਸਾਡੀ ਪਰਿਵਾਰ 'ਚ ਕੋਈ ਸਿੱਖੀ ਨਹੀਂ ਸੀ। ਦਾਸ ਕਈ ਜਥੇ ਨੂੰ ਬਣਾਤਾ। ਉਹਨੇ ਅੱਗੇ ਵੀ ਪੂਰੀ ਕੋਸ਼ਿਸ਼ ਹੈ ਪਿੰਡ ਪਿੰਡ ਜਾ ਕੇ ਨਾਲੇ ਇੱਥੇ ਲੰਡਨ ਦੀਆਂ ਸੰਗਤਾਂ ਨੂੰ ਤੇ ਸਿੱਖ ਪੰਥ ਨੂੰ ਉਹ ਸੰਦੇਸ਼ ਦੇਣਾ ਚਾਹੁੰਦਾ ਹੈ। ਸਭ ਤੋਂ ਵੱਡੀ ਗੱਲ ਹੈ ਸਮਸਤ ਇੱਕ ਜੋਤ ਬਣਾਓ, ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੇ ਬਚਨ 'ਤੇ ਚਲੋ। ਸਭ ਤੋਂ ਵੱਡੀ ਗੱਲ ਜੇ ਅਸੀਂ ਅੱਜ ਉੱਥੇ ਹਜ਼ੂਰ ਸਾਹਿਬ ਜਾਈਏ ਆਪ ਜੀ, ਤੁਹਾਨੂੰ ਜੇ ਇੱਕ ਸਿੱਖ ਵੀ ਜੇ ਇੱਕ ਵਾਲ ਸਾਨੂੰ ਮੰਗਣਗੇ ਨਾ ਅਸੀਂ ਸਿਰ ਲਾਵਾਂਗੇ। ਇੱਥੋਂ ਤੱਕ ਜਨਾਨੀਆਂ ਵੀ ਪੂਰਾ ਰੋਮ ਇੱਕ ਸਰੀਰ ਤੋਂ ਵਾਲ ਨਹੀਂ ਲਾਉਂਦੀ ਹੈ ਹਜ਼ੂਰ ਸਾਹਿਬ 'ਚ। ਤਾਂ ਅਫਸੋਸ ਇਹ ਜ਼ਰੂਰ ਹੁੰਦਾ ਹੈ। ਮੈਂ ਪਹਿਲੀ ਵਾਰ ਪੰਜਾਬ ਗਿਆ ਸੀ, ਪਹਿਲੀ ਵਾਰ ਤਾਂ ਦਾਸ ਬੜਾ ਚਾਅ ਨਾਲ ਗਿਆ ਸੀ ਹਜ਼ੂਰ ਸਾਹਿਬ ਤੋਂ। ਮੈਂ ਪੰਜਾਬ ਗਿਆ ਦਰਬਾਰ ਸਾਹਿਬ ਦਰਸ਼ਨ ਵਾਸਤੇ। ਮੈਂ ਸੋਚਿਆ ਵੀ ਸਾਰਾ ਉੱਥੇ ਪੰਥ ਸਿੰਘ ਸੰਜੋਣਾ। ਮੈਂ ਲੁਧਿਆਣੇ ਤੱਕ ਗਿਆ ਜੀ। ਮੈਂ ਪੁੱਛਿਆ ਕਿਸੇ ਨੂੰ ਪੰਜਾਬ ਆ ਗਿਆ ਜੀ, ਸਰਦਾਰ ਜੀ ਪੰਜਾਬ ਤੋਂ ਆ ਗਿਆ। ਦਾਸ ਜਦੋਂ ਦੇਖਿਆ ਸਾਰੇ ਮੁੰਨੇ ਇਕੱਠੇ, ਕਿਉਂਕਿ ਦਸਤਾਰ ਸਜਾਈ, ਕਿੰਨੀ ਦਾੜੀ ਹੋਈ, ਕਿਹਨੂੰ ਖੰਡਾ ਕੱਢਿਆ, ਕਿ ਮਤਲਬ ਕਈ ਆਪਣਾ ਮਤਲਬ ਭੇਸ ਬਦਲਾਤਾ। ਇਸ ਕਰਕੇ ਸੋ ਬੇਨਤੀ ਕਰਕੇ ਪ੍ਰਚਾਰ ਦੀ ਲੋੜ ਹੈ। ਹਾਂਜੀ ਸਿੱਖੀ ਸਿੱਖਿਆ ਦਾ ਲੋੜ ਹੈ। ਤਾਂ ਜਦੋਂ ਤੱਕ ਤੁਸੀਂ ਜਦੋਂ ਜਾਤ ਭੇਦ ਮਿਟਾਓਗੇ ਤਾਂ ਤੁਸੀਂ ਪ੍ਰਚਾਰ ਦੀ ਲੋੜ ਹੈ। ਅੱਜ ਸਤਿਗੁਰੂ ਜੀ ਕਹਿੰਦੇ ਨੇ 96 ਕਿਲੋ ਖਾਲਸਾ ਸਜੇਗਾ। ਕਿਵੇਂ ਸਜੇਗਾ? ਅਸੀਂ ਤੁਸੀਂ ਸਜਾਉਣਾ ਹੈ। ਸਤਿਗੁਰੂ ਜੀ ਤੋਂ ਸਮੁੱਤ ਦੇਣੀ ਸਾਨੂੰ। ਤਾਂ ਇਸ ਕਰਕੇ 96 ਜਦ ਮਾਲ ਟਿਕਟ ਦਾ ਖਜ਼ਾਨਾ ਵਰਤਾਉਣਾ, ਕਿਵੇਂ ਵਰਤਾਉਣਾ? ਅਸੀਂ ਤੁਸੀਂ ਕਰਨਾ। ਜੇ ਅਸੀਂ ਇਕਤਾ ਕਰਕੇ ਜੇ ਸਾਰਿਆਂ ਨੂੰ ਸਾਂਝਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਚੌਵਰਨਾ ਦੇ ਸਾਂਝਾ ਬਣਾਇਆ ਸੀ, ਸੋ ਉਹੀ ਆਸ ਕਰਦਾ ਸਾਰੇ ਜੇ ਅਸੀਂ ਸਾਡੀ ਸੋਚ ਇੱਕੋ ਗੁਰੂ ਨਾਨਕ ਸਾਹਿਬ ਦੀ ਬਚਨ ਦੇ ਇੱਕ ਤਿਲ ਵੀ ਅਸੀਂ ਫੜ ਲਈਏ ਤਾਂ ਸਾਡਾ ਜਨਮ ਸਫਲਾ ਹੋ ਸਕਦਾ। ਤਾਂ ਕਿਰਪਾ ਕਰਕੇ ਔਰ ਦੂਸਰੀ ਇੱਕ ਜ਼ਰੂਰੀ ਬੇਨਤੀ ਕਵਾਂਗਾ, ਸਾਡੇ ਜਿਹੜੇ ਪੰਥਕਤ ਨੇ ਕੋਈ ਅਸੀਂ ਹਰਿਮੰਦਰ ਸਾਹਿਬ ਨੂੰ ਬੁਰਾ ਕਹਿੰਦੇ ਨੇ, ਕੋਈ ਤਖਤ ਪਟਨਾ ਸਾਹਿਬ ਨੂੰ ਕਹਿੰਦੇ, ਕੋਈ ਹਜ਼ੂਰ ਸਾਹਿਬ ਨੂੰ ਕਹਿੰਦੇ ਨੇ। ਨਹੀਂ, ਸਾਡੇ ਜਿਹੜੇ ਵਡੇਰੇ ਜਿਹੜੇ ਉਹਨੇ ਅੱਜ ਕੋਈ 15 ਤਰੀਕ ਨੂੰ ਗੁਰਪੁਰਬ ਮਨਾ ਰਹੇ, ਕੋਈ 31 ਤਰੀਕ ਮਨਾ ਰਹੇ। ਸੋ ਕਿਰਪਾ ਕਰਕੇ ਖਾਲਸਾ ਪੰਥ ਨੂੰ ਚਾਹੇ ਵਡੇਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਰਾਵਾਂਗਾ, ਸਾਡੀ ਏਕਤਾ ਹੋਣ। ਜਦੋਂ ਏਕਤਾ ਹੋਣ ਤੇ ਫਿਰ तो खालसा काल पुरख की फौज पुरख खालसा परमात्मा जे सतगुरु जी असी जे सिख बनना चाहुने, जे खुशी लेना चाहे तो वो असी गुरु दे बचन ते रहन। इन्नी प्रवान बेनती प्रवान भला चौथी मावी खालसा वाहिगुरू जी की। अपने कोल समा थोड़ा घट है। हाँ जी भाई साहब जी, तुसी की कहना चाहोगे? हाँ जी खड़े हो जी, थोड़ा शॉर्ट। खालसा वाज फतेह। मेरी तो यही विचार है कि असी गुरबाणी तो काफ़ी बहुत दूर चले गए हुए हैं। इस तरह गुरबाणी विच है कि गुरबाणी इस जग में चानन, तो
ਤੇ ਰਹਿਨਮਾਈ ਤੇ ਸਾਰੀ ਜਗਤ ਨੂੰ ਹੀ ਦਿੰਦੀ ਹੈ। ਤੇ ਜਿੰਨੇ ਵੀ ਦੁਨੀਆ ਵਿੱਚ ਪ੍ਰੋਬਲਮਸ ਹੈਗੀਆਂ ਕਾਫੀ ਹੱਦ ਤੱਕ ਜਿਹੜੀਆਂ ਨਾ ਗੁਰਬਾਣੀ ਦੇ ਲੜ ਲੱਗ ਕੇ ਪੂਰੀ ਦੂਰ ਹੋ ਸਕਦੀਆਂ। ਤੇ ਜੇ ਅਸੀਂ ਆਪਸ ਵਿੱਚ ਸਿੱਖ ਆਪਸ ਵਿੱਚ ਨਹੀਂ ਮਿਲ ਸਕਦੇ, ਦੂਰ ਸਾਰੀ ਦੁਨੀਆ ਨੂੰ ਅਸੀਂ ਕਿਸ ਤਰ੍ਹਾਂ ਨਾਲ ਰਲਾ ਸਕਦੇ ਹਾਂ। ਤੇ ਅਸਲ 'ਚ ਵੈਸੇ ਮਹਾਰਾਜ ਨੇ ਤਾਂ ਦੱਸਿਆ ਕਿ ਸਭ ਮੈਂ ਜੋਤ ਜੋਤ ਹੈ ਸੋਏ। ਹਰ ਇੱਕ ਵਿੱਚ ਜੇ ਅਸੀਂ ਜੋਤ ਇੱਕ ਜੇ ਅਕਾਲ ਪੁਰਖ ਦੀ ਜੋਤ ਹਰ ਇੱਕ ਵਿੱਚ ਦੇਖਾਂਗੇ, ਫਿਰ ਜਿਹੜੀਆਂ ਦੂਰੀਆਂ ਹੈਗੀਆਂ ਸਾਡੀਆਂ ਫਿਰ ਹੀ ਦੂਰ ਹੋ ਸਕਦੀਆਂ। ਤੇ ਉਸ ਵਾਸਤੇ ਤੇ ਇਹ ਜਿਹੜਾ ਅਸੀਂ ਆਪਣਾ ਜਿਹੜਾ ਹਉਮੈ ਦਾ ਜਿਹੜਾ ਹੈ ਨਾ, ਹਉਮੈ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਕੁਦਰਤੀ ਉਹ ਵੀ ਕੁਦਰਤੀ ਪਈ ਹੋਈ ਹੈ। ਤੇ ਉਹਦੇ ਦੂਰ ਕਰਨ ਵਾਸਤੇ ਤਾਂ ਇੱਕੋ ਹੀ ਹੈ, ਮਹਾਰਾਜ ਨੇ ਇਲਾਜ ਦੱਸਿਆ, ਹਉਮੈ ਨਾਵੇਂ ਨਾਲ ਵਿਰੋਧ ਹੈ। ਜਿੱਥੇ ਨਾਮ ਹੋਏਗਾ, ਬਾਣੀ ਹੋਏਗੀ, ਉੱਥੇ ਫਿਰ ਹਉਮੈ ਦਾ ਉੱਥੇ ਨਾਸ ਹੁੰਦਾ ਹੈ। ਤੇ ਜਿੱਥੇ ਬਾਣੀ ਤੋਂ ਅਸੀਂ ਦੂਰ ਜਾਂਦੇ ਹਾਂ, ਫਿਰ ਜਿਹੜੀ ਆਪੋ ਆਪਣੀ ਜਿਹੜੀਆਂ ਹੈਗੀਆਂ ਆਪੋ ਆਪਣੀਆਂ ਜਿਹੜੀਆਂ ਅਸੀਂ ਪ੍ਰਾਈਡ ਹੈ ਤੇ ਅਹੰਕਾਰ ਹੈ, ਜਿਹੜੀਆਂ 5 ਵਿਕਾਰ ਨੇ, ਉਹ ਫਿਰ ਹਮਲਾ ਮਾਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੈਂ ਤੁਹਾਡੇ ਤੋਂ ਪੁੱਛਣਾ ਕਿ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਛ ਲਫ਼ਜ਼ਾਂ ਦੇ ਵਿੱਚ ਹੀ ਸਮ ਅਪ ਕਰ ਦੇਗਾ। ਦਾਸ ਦੇ ਖਿਆਲ ਦੇ ਵਿੱਚ ਅਸੀਂ ਆਪਣੇ ਮੂਲ ਤੋਂ ਬਹੁਤ ਦੂਰ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਗੁਰੂ ਦੁਆਰਾ ਦੱਸੇ ਹੋਏ ਮਾਰਗ 'ਤੇ ਚੱਲਦੇ ਹਾਂ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਬਾਣੀਆਂ ਦਾ ਜਾਪ ਕਰਨਾ। ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ, ਸਾਡੇ ਜਿਹੜੇ ਵਿਕਾਰ ਨੇ ਉਹ ਆਪਣੇ ਆਪ ਦੂਰ ਹੋਣਗੇ। ਉਸ ਦੇ ਵਿੱਚ ਪਿਆਰ ਭਾਵ ਆਪਣੇ ਆਪ ਨਿਕਲੇਗਾ। ਅਸੀਂ ਇੱਕ ਚੰਗੀ ਕੌਮ ਦੇ ਰੂਪ ਦੇ ਵਿੱਚ ਅਸੀਂ ਪ੍ਰਗਟ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੇ ਬੀਬੀ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਭਾਈ ਸਾਹਿਬ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਖਾਲਸਾ ਜਥੇ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜੀ, ਅਤੇ ਸਿੱਖ ਚੈਨਲ ਵਾਲਿਆਂ ਦਾ ਵੀ। ਸਭ ਤੋਂ ਜ਼ਿਆਦਾ ਆਪਣੇ ਵਿੱਚ ਇਹ ਹੈ ਜੀ, ਜਾਤ ਪਾਤ ਦਾ ਬਹੁਤ ਚੱਕਰ ਹੈ। ਜਿਹਨਾਂ ਆਪਾਂ ਨੂੰ ਜਿਹੜੀਆਂ ਛੋਟੀਆਂ ਜਾਤਾਂ ਆਪਾਂ ਨੂੰ ਸਮਝਦੇ ਹਾਂ, ਜੇ ਉਹਨਾਂ ਨੂੰ ਆਪਾਂ ਲਾਈਕ ਨਹੀਂ ਕਰਦੇ, ਜੋ ਗੁਰਦੁਆਰੇ ਨਹੀਂ ਬਣਾਉਣਗੇ ਤਾਂ ਹੋਰ ਉਹ ਕਿੱਥੇ ਜਾਣਗੇ ਜੀ। ਸਭ ਤੋਂ ਜ਼ਿਆਦਾ ਆਪਣੇ ਦੇ ਵਿੱਚ ਜ਼ਿਆਦਾ ਇਹ ਹੈ। ਬਾਕੀ ਇਹ ਕਮੇਟੀ ਵਾਲੇ ਬਹੁਤ ਪੜ੍ਹੇ ਲਿਖੇ, ਮੈਨੂੰ 2 ਮਹੀਨੇ ਹੋਏ ਨੇ ਇਹਨਾਂ ਕੋਲ ਆਇਆ, ਮੈਂ ਇੱਥੋਂ ਬਹੁਤ ਕੁਛ ਸਿੱਖਿਆ ਜੀ। ਸਾਰੇ ਪਾਠ ਕਰਦੇ ਆ, ਜ਼ਬਾਨੀ ਪਾਠ ਜਾਣਦੇ ਆ। ਆਮ ਗੁਰਦੁਆਰਿਆਂ ਦੇ ਵਿੱਚ ਤਾਂ ਉਹਨਾਂ ਨੂੰ ਪਾਠ ਵੀ ਨਹੀਂ ਆਉਂਦਾ ਜੀ। ਥੈਂਕ ਯੂ ਵੈਰੀ ਮਚ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਭਾਈ ਸਾਹਿਬ ਉਹਨਾਂ ਕੋਲੋਂ ਪੁੱਛਾਂਗਾ ਕਿ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿ ਖਾਲਸਾ, ਵਾਹਿ ਫਤਿਹ। ਹੋਏ ਨਿਮਾਣਾ ਟਹਿ ਪਵੇ, ਦਰਗਹਿ ਮਾਨ ਨਿਮਾਣਾ ਪਾਵੇ। ਗੁਰਬਾਣੀ ਦੀ ਜਿਸ ਤਰ੍ਹਾਂ ਮੇਰੇ ਵੀਰ ਜੀ ਨੇ ਕਿਹਾ ਕਿ ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ ਹਾਂ, ਔਰ ਆਪਣੇ ਅੰਦਰ ਜਿਹੜੇ ਵਿਤਕਰੇ ਆ ਗਏ ਨੇ ਉਹ ਐਸੀ ਕਰਕੇ ਆਏ ਨੇ ਕਿ ਅਸੀਂ, ਮੇਰੇ ਨਜ਼ਰ 'ਚ ਕੀ ਅਸੀਂ ਲੋਕ ਜਜਮੈਂਟਲ ਬੜੇ ਹੋ ਗਏ ਹਾਂ। ਅਸੀਂ ਲੋਕ ਇੱਕ ਦੂਜੇ ਨੂੰ ਜੱਜ ਕਰਨੇ ਆ। ਕੋਈ ਵੀ ਆਪਣੀ ਜਜਮੈਂਟ ਨੂੰ ਦੇਣ ਨੂੰ ਅਸੀਂ ਬਿਲਕੁਲ ਵੀ ਡਰਦੇ ਨਹੀਂ, ਘਬਰਾਉਂਦੇ ਨਹੀਂ। ਅਸੀਂ ਇਸ ਭੁੱਲ ਗਏ ਕਿ ਜਜਮੈਂਟ ਕਰਨ ਵਾਲੇ ਅਸੀਂ ਕੋਈ ਵੀ ਨਹੀਂ। ਸਿਰਫ ਅਸੀਂ ਆਪਣੇ ਆਪ ਨੂੰ ਜੱਜ ਕਰਨਾ ਹੈ, ਕਿਸੇ ਹੋਰ ਨੂੰ ਨਹੀਂ। ਜੇ ਅਸੀਂ ਸਿਰਫ ਆਪਣੇ ਆਪ ਨੂੰ ਦੇਖੀਏ ਤੇ ਦੂਜੇ ਨੂੰ ਦੇਖਣਾ ਬੰਦ ਕਰ ਦਈਏ, ਆਈ ਸਾਡੇ ਅੰਦਰ ਵਿਤਕਰੇ ਆਪਣੇ ਆਪ ਘਟ ਜਾਣਗੇ, ਬੰਦ ਹੋ ਜਾਣਗੇ। ਤੇ ਅਸੀਂ ਆਪਣੇ ਆਪ ਨੂੰ ਸੁਧਾਰਨਾ ਹੈ। ਬਸ ਆਪਣੇ ਆਪ ਸਿੱਖੀ ਸਾਡੇ ਆਪਣੇ ਵਾਸਤੇ ਹੈਗੀ ਹੈ, ਕਿਸੇ ਨੂੰ ਸਿਖਾਉਣ ਵਾਸਤੇ ਨਹੀਂ ਅਸੀਂ ਸਿੱਖਣੀ। ਅਸੀਂ ਆਪਣੇ ਆਪ ਨੂੰ ਸਿਖਾਉਣਾ ਹੈ ਪਹਿਲੇ। ਤੇ ਆਟੋਮੈਟਿਕਲੀ ਜੇ ਅਗਰ ਹਰ ਇੱਕ ਇਨਸਾਨ ਆਪਣੇ ਆਪ ਨੂੰ ਸਿੱਖਣ ਲੱਗੇ ਗੁਰਬਾਣੀ ਪੜ੍ਹ ਕੇ, ਤੇ ਵਿਤਕਰੇ ਆਪਣੇ ਆਪ ਹੀ ਘਟ ਜਾਣਗੇ। ਤੇ ਸਿੱਖ ਚੈਨਲ ਦਾ ਮੈਂ ਧੰਨਵਾਦ ਕਰਨਾ ਜੀ। ਅੱਜ ਖਾਲਸਾ ਜਥੇ, ਸੈਂਟਰਲ ਗੁਰਦੁਆਰਾ ਖਾਲਸਾ ਜਥਾ ਅੱਜ ਆਪ ਆਏ। ਆਈ ਹੋਪ ਸਾਡੇ ਵੱਲੋਂ ਕੋਈ ਉਲਟੀ ਸਿੱਧੀ ਗੱਲ, ਅਗਰ ਕੋਈ ਨੀਵੀਂ ਗੱਲ ਹੋ ਗਈ ਹੋਏ ਤਾਂ ਸਾਨੂੰ ਪਲੀਜ਼ ਮਾਫ ਕਰਨਾ। ਵਾਹਿ ਖਾਲਸਾ, ਵਾਹਿ ਫਤਿਹ। ਧੰਨਵਾਦ ਭਾਈ ਸਾਹਿਬ ਜੀ ਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'm really thankful to Sikh Channel, which has given us a chance to express our views, you see. And before Sikh Channel, we didn't have any information on TV about the Sikhism. And I tried to watch at least 2 hours Sikh Channel, Sukhmani Path, and various other interesting programs, which I'm really grateful to Sikh Channel. I hope they will continue to carry on, and it's a duty of all Sikh Khalsas to help Sikh Channel to continue this program all the time, and I wish them best of luck.
ਥੈਂਕ ਯੂ ਥੈਂਕ ਯੂ ਵੈਰੀ ਮਚ। ਤੇ ਅਖੀਰ ਤੇ ਅੱਜ ਦੀ ਜਿਹੜੀ ਡਿਸਕਸ਼ਨ ਦੇ ਵਿੱਚ ਜੋ ਵਿਚਾਰ ਨਿਕਲੇ ਹਨ, ਜੋ ਕੁਐਸਚਨ ਨਿਕਲੇ, ਮੈਂ ਭਾਈ ਅਵਤਾਰ ਸਿੰਘ ਜੀ ਕੋਲੋਂ ਪੁੱਛਾਂਗਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਐਕਸਪਲੇਨ ਕਰੋ ਕਿ ਉਸ ਟਾਈਮ ਦਾ ਸਮੇਂ ਜ਼ਿਆਦਾ ਮਾੜਾ ਸੀ ਜਾਂ ਹੁਣ ਦਾ ਸਮੇਂ ਜ਼ਿਆਦਾ ਮਾੜਾ ਹੈ, ਕਿਉਂਕਿ ਉਸ ਟਾਈਮ ਦੇ ਵਿੱਚ ਵੀ ਕਾਫੀ ਕੁਝ ਹੋ ਰਿਹਾ ਸੀ, ਕਾਫੀ ਕੁਝ ਸਿੱਖ ਪੰਥ ਦੇ ਖਿਲਾਫ ਹੋ ਰਿਹਾ ਸੀ, ਦੁਨੀਆਦਾਰੀ ਦੇ ਵਿੱਚ ਬਹੁਤ ਊਚ ਨੀਚ ਹੋ ਰਹੀ ਸੀ, ਕਾਸਟਿਜ਼ਮ ਕਾਫੀ ਜ਼ਿਆਦਾ ਸੀ, ਤੇ ਹੁਣ ਵੀ ਕੁਛ ਹੱਦ ਤੱਕ ਕੁਛ ਸੇਮ ਹੀ ਹੈ। ਤੇ ਦੂਸਰਾ ਕੁਐਸਚਨ ਇਹ ਹੈ ਕਿ ਤੁਸੀਂ ਸਿੱਖ ਦੀ ਡੈਫੀਨੇਸ਼ਨ ਦਿਓ ਕਿ ਸਿੱਖ ਕੀ ਹੈ, ਸਿੱਖ ਕੀ ਹੋ ਸਕਦਾ ਹੈ। ਗੁਰੂ ਰਾਮਦਾਸ ਜੀ ਦੇ ਵਿੱਚ ਕਾਫੀ ਜ਼ਿਆਦਾ ਨਿਮਰਤਾ ਸੀ, ਅਸੀਂ ਉਹਨਾਂ ਤੋਂ ਨਿਮਰਤਾ ਨਹੀਂ ਸਿੱਖੀ, ਪਰ ਚੌਧਰਪੁਣੇ ਜ਼ਿਆਦਾ ਸਿੱਖ ਲਏ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੇ ਸਿੱਖ ਦੇ ਵਿੱਚ ਨਿਮਰਤਾ ਕਿਉਂ ਨਹੀਂ ਹੈ? ਤੇ ਅੱਜ ਮੈਂ ਸਮੂਹ ਸੈਂਟਰਲ ਗੁਰਦੁਆਰਾ ਖਾਲਸਾ ਜੱਥਾ ਸ਼ੈਫਰਡ ਪੁਸ਼ਤੀ ਕਮੇਟੀ ਦਾ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।